ਹਾਂਜੀ, ਪੜ੍ਹਦੇ ਹਾਂ ਤੀਜਾ ਚੈਪਟਰ। ਜੋ ਇਹ ਕਰ ਸਕਦਾ ਹੈ ਉਸ ਨਾਲ ਸਾਰੀ ਦੁਨੀਆ ਹੈ, ਜੋ ਇਹ ਨਹੀਂ ਕਰ ਸਕਦਾ ਉਹ ਦੁਖੀ ਹੀ ਰਹੇਗਾ। ਗਰਮੀਆਂ ਵਿੱਚ ਮੈਂ ਅਕਸਰ ਮੇਨ ਨਦੀ ਵਿੱਚ ਮੱਛੀਆਂ ਫੜਨ ਲਈ ਜਾਂਦਾ ਸੀ। ਨਿੱਜੀ ਤੌਰ 'ਤੇ ਮੈਨੂੰ ਸਟ੍ਰਾਬੇਰੀ ਅਤੇ ਕਰੀਮ ਬਹੁਤ ਪਸੰਦ ਹਨ, ਪਰੰਤੂ ਮੈਂ ਇਹ ਪਾਇਆ ਕਿ ਕਿਸੇ ਅਜੀਬ ਕਾਰਨ ਦੇ ਨਾਲ ਮੱਛੀਆਂ ਨੂੰ ਕੀੜੇ ਪਸੰਦ ਸਨ। ਇਸ ਲਈ ਜਦੋਂ ਮੈਂ ਮੱਛੀ ਫੜਨ ਜਾਂਦਾ ਸੀ ਤਾਂ ਮੈਂ ਇਸ ਗੱਲ ਉੱਤੇ ਧਿਆਨ ਨਹੀਂ ਸੀ ਦਿੰਦਾ ਕਿ ਮੈਨੂੰ ਕੀ ਪਸੰਦ ਹੈ। ਮੈਂ ਹੁੱਕ ਵਿੱਚ ਸਟ੍ਰਾਬੇਰੀ ਅਤੇ ਕਰੀਮ ਦਾ ਚਾਰਾ ਨਹੀਂ ਸੀ ਲਾਉਂਦਾ। ਇਸ ਦੀ ਬਜਾਏ ਮੈਂ ਕੀੜੇ ਨੂੰ ਮੱਛੀ ਦੇ ਸਾਹਮਣੇ ਟੰਗ ਕੇ ਉਸ ਨੂੰ ਪੁੱਛਦਾ ਸੀ, ਕੀ ਤੂੰ ਇਸ ਨੂੰ ਖਾਣਾ ਹੈ? ਕਿਉਂ ਨਾ ਅਸੀਂ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਵੀ ਇਸੇ ਸਹਿਜ ਬੁੱਧੀ ਦਾ ਪ੍ਰਯੋਗ ਕਰੀਏ। ਇਹੀ ਗ੍ਰੇਟ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਲਾਰਡ ਜਾਰਜ ਨੇ ਪਹਿਲੀ ਸੰਸਾਰ ਜੰਗ ਅੰਦਰ ਕੀਤਾ, ਜਦੋਂ ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਉਹ ਸੱਤਾ ਵਿੱਚ ਬਣੇ ਕਿਵੇਂ ਰਹੇ, ਜਦੋਂ ਕਿ ਜੰਗ ਦੇ ਦੂਜੇ ਲੀਡਰ ਵਿਲਸਨ, ਆਰਲੈਂਡੋ ਅਤੇ ਕਲੀਮੈਂਚਿਊ ਭੁਲਾ ਦਿੱਤੇ ਗਏ, ਤਾਂ ਉਹਨਾਂ ਨੇ ਬਹੁਤ ਵਧੀਆ ਜਵਾਬ ਦਿੱਤਾ। ਉਹਨਾਂ ਦਾ ਜਵਾਬ ਸੀ, ਜੇਕਰ ਉਹਨਾਂ ਉੱਤੇ ਬਣੇ ਰਹਿਣ ਦਾ ਕੋਈ ਕਾਰਨ ਦੱਸਿਆ ਜਾ ਸਕਦਾ ਹੈ ਤਾਂ ਉਹ ਇਹ ਹੈ ਕਿ ਉਹਨਾਂ ਨੇ ਸਿੱਖ ਲਿਆ ਸੀ ਕਿ ਕਿਸ ਤਰ੍ਹਾਂ ਮੱਛੀ ਦੀ ਪਸੰਦ ਦੇ ਹਿਸਾਬ ਦੇ ਨਾਲ ਚਾਰਾ ਲਾਇਆ ਜਾਵੇ। ਅਸੀਂ ਕੀ ਚਾਹੁੰਦੇ ਹਾਂ, ਇਸ ਬਾਰੇ ਗੱਲ ਕਰਨ ਦੇ ਨਾਲ ਕੀ ਫਾਇਦਾ? ਇਹ ਤਾਂ ਬਚਪਨਾ ਹੈ, ਮੂਰਖਤਾ ਹੈ। ਜ਼ਾਹਿਰ ਹੈ ਤੁਸੀਂ ਜੋ ਕੁਝ ਚਾਹੁੰਦੇ ਹੋ ਉਸ ਵਿੱਚ ਤੁਹਾਡੀ ਰੁਚੀ ਹੈ, ਤੁਹਾਡੀ ਉਸ ਵਿੱਚ ਡੂੰਘੀ ਤੇ ਪ੍ਰਬਲ ਰੁਚੀ ਹੈ, ਪਰੰਤੂ ਕਿਸੇ ਹੋਰ ਦੀ ਉਸ ਵਿੱਚ ਕੋਈ ਰੁਚੀ ਨਹੀਂ। ਅਸੀਂ ਸਾਰੇ ਤੁਹਾਡੇ ਵਾਂਗ ਹਾਂ, ਅਸੀਂ ਸਾਰੇ ਆਪਣੇ ਆਪ ਲਈ ਰੁਚੀ ਲੈਂਦੇ ਹਾਂ। ਇਸ ਲਈ ਦੁਨੀਆ ਵਿੱਚ ਲੋਕਾਂ ਨੂੰ ਪ੍ਰਭਾਵਿਤ ਕਰਨ ਦਾ ਇਕੱਲਾ ਤਰੀਕਾ ਇਹ ਹੈ ਕਿ ਤੁਸੀਂ ਸਾਹਮਣੇ ਵਾਲੇ ਦੀਆਂ ਇੱਛਾਵਾਂ ਦੇ ਹਿਸਾਬ ਦੇ ਨਾਲ ਗੱਲ ਕਰੋ ਤੇ ਇਹ ਦੱਸੋ ਕਿ ਉਹ ਆਪਣੀਆਂ ਇੱਛਾਵਾਂ ਨੂੰ ਕਿਵੇਂ ਪੂਰਾ ਕਰ ਸਕਦਾ ਹੈ। ਜਦੋਂ ਤੁਸੀਂ ਕੱਲ੍ਹ ਕਿਸੇ ਕੋਲੋਂ ਕੋਈ ਕੰਮ ਕਰਵਾਉਣਾ ਚਾਹੋ ਤਾਂ ਇਸ ਗੱਲ ਨੂੰ ਯਾਦ ਰੱਖੋ। ਉਦਾਹਰਨ ਲਈ, ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਸਿਗਰਟ ਪੀਣਾ ਛੱਡ ਦੇਣ ਤਾਂ ਤੁਸੀਂ ਉਹਨਾਂ ਨੂੰ ਡਾਂਟੋ ਨਾ, ਉਹਨਾਂ ਨੂੰ ਭਾਸ਼ਣ ਨਾ ਦਿਓ। ਇਹ ਨਾ ਦੱਸੋ ਕਿ ਤੁਸੀਂ ਕੀ ਚਾਹੁੰਦੇ ਹੋ। ਇਸ ਦੀ ਬਜਾਏ ਉਹਨਾਂ ਨੂੰ ਇਹ ਸਮਝਾਓ ਕਿ ਜੇਕਰ ਉਹ ਸਿਗਰਟ ਪੀਣਗੇ ਤਾਂ ਉਹ ਕਦੇ ਬਾਸਕਟਬਾਲ ਟੀਮ 'ਚ ਸ਼ਾਮਲ ਨਹੀਂ ਹੋ ਸਕਦੇ ਜਾਂ ਐਥਲੈਟਿਕਸ ਦਾ ਕੱਪ ਨਹੀਂ ਜਿੱਤ ਸਕਦੇ। ਭਾਵੇਂ ਤੁਸੀਂ ਬੱਚਿਆਂ ਨਾਲ ਵਿਵਹਾਰ ਕਰ ਰਹੇ ਹੋ ਜਾਂ ਪਸ਼ੂਆਂ ਜਾਂ ਚਿੰਪੈਂਜੀਆਂ ਨਾਲ, ਤੁਹਾਨੂੰ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ। ਮਿਸਾਲ ਲਈ, ਇੱਕ ਦਿਨ ਰੋਲਫ ਵਾਲਡੋ ਐਮਰਸਨ ਤੇ ਉਹਨਾਂ ਦਾ ਪੁੱਤਰ ਇੱਕ ਵੱਛੇ ਨੂੰ ਕੋਠੇ ਵਿੱਚ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਸੀ, ਪਰੰਤੂ ਉਹਨਾਂ ਨੇ ਆਪਣੀਆਂ ਇੱਛਾਵਾਂ ਮੁਤਾਬਕ ਸੋਚਣ ਦੀ ਆਮ ਜਿਹੀ ਗਲਤੀ ਕਰ ਦਿੱਤੀ। ਐਮਰਸਨ ਧੱਕਾ ਦੇ ਰਹੇ ਸਨ ਤੇ ਉਹਨਾਂ ਦਾ ਪੁੱਤਰ ਖਿੱਚ ਰਿਹਾ ਸੀ, ਪਰੰਤੂ ਵੱਛਾ ਉਹੀ ਕਰ ਰਿਹਾ ਸੀ ਜਿਹੜਾ ਇਹ ਲੋਕ ਕਰ ਰਹੇ ਹਨ। ਉਹ ਕੇਵਲ ਆਪਣੀ ਇੱਛਾ ਬਾਰੇ ਸੋਚ ਰਿਹਾ ਸੀ, ਇਸ ਲਈ ਉਸਨੇ ਆਪਣੇ ਪੈਰ ਸਖਤੀ ਨਾਲ ਗੱਡ ਲਏ ਤੇ ਮੈਦਾਨ ਛੱਡ ਕੇ ਕੋਠੇ ਵੱਲ ਵਧਣ ਲਈ ਰਾਜੀ ਨਹੀਂ ਹੋਇਆ। ਆਇਰਿਸ਼ ਨੌਕਰਾਨੀ ਨੇ ਇਹ ਦ੍ਰਿਸ਼ ਦੇਖਿਆ। ਉਹ ਨਿਬੰਧ ਅਤੇ ਪੁਸਤਕਾਂ ਤਾਂ ਨਹੀਂ ਸੀ ਲਿਖ ਸਕਦੀ, ਪਰੰਤੂ ਘੱਟੋ ਘੱਟ ਇਸ ਮੌਕੇ ਉੱਪਰ ਉਸ ਅੰਦਰ ਐਮਰਸਨ ਤੋਂ ਜ਼ਿਆਦਾ ਕਾਮਨ ਸੈਂਸ ਸੀ। ਉਸਨੇ ਇਸ ਬਾਰੇ ਸੋਚਿਆ ਕਿ ਵੱਛਾ ਕੀ ਚਾਹੁੰਦਾ ਹੈ, ਇਸ ਲਈ ਉਸਨੇ ਆਪਣੀ ਉਂਗਲ ਵੱਛੇ ਦੇ ਮੂੰਹ ਵਿੱਚ ਰੱਖ ਦਿੱਤੀ। ਵੱਛਾ ਮਜ਼ੇ ਨਾਲ ਉਸਦੀ ਉਂਗਲ ਚੁੰਘਦਿਆਂ ਉਸਦੇ ਪਿੱਛੇ ਪਿੱਛੇ ਕੋਠੇ ਵੱਲ ਚਲਾ ਗਿਆ। ਜਦੋਂ ਤੋਂ ਤੁਸੀਂ ਪੈਦਾ ਹੋਏ ਉਦੋਂ ਤੋਂ ਹੀ ਤੁਸੀਂ ਜੋ ਕੁਝ ਵੀ ਕੀਤਾ ਹੈ ਉਹ ਇਸੇ ਲਈ ਕੀਤਾ ਹੈ ਕਿਉਂਕਿ ਤੁਸੀਂ ਕੁਝ ਨਾ ਕੁਝ ਹਾਸਲ ਕਰਨਾ ਚਾਹਿਆ ਹੈ। ਤੁਸੀਂ ਰੈੱਡ ਕਰਾਸ ਨੂੰ ਜਿਹੜਾ ਚੰਦਾ ਦਿੱਤਾ ਸੀ ਉਹ ਵੀ ਇਸ ਨਿਯਮ ਦੇ ਵਿਰੁੱਧ ਨਹੀਂ ਹੈ। ਤੁਸੀਂ ਰੈੱਡ ਕਰਾਸ ਵਿੱਚ ਚੰਦਾ ਇਸ ਲਈ ਦਿੱਤਾ ਕਿਉਂਕਿ ਤੁਸੀਂ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਸੀ। ਤੁਸੀਂ ਇੱਕ ਸੋਹਣਾ, ਨਿਰਸਵਾਰਥ, ਦੈਵੀ ਕਾਰਜ ਕਰਨਾ ਚਾਹੁੰਦੇ ਸੀ। ਜਿੰਨਾ ਵੀ ਤੁਸੀਂ ਮੇਰੇ ਇਹਨਾਂ ਗਰੀਬ ਭਰਾਵਾਂ ਦੀ ਮਦਦ ਲਈ ਕਰਦੇ ਹੋ ਉਹ ਤੁਸੀਂ ਮੇਰੇ ਲਈ ਕਰਦੇ ਹੋ। ਜੇਕਰ ਤੁਹਾਡੇ ਮਨ ਅੰਦਰ ਇਸ ਤਰ੍ਹਾਂ ਕਰਨ ਦੀ ਚਾਹਤ ਤੁਹਾਡੇ ਪੈਸੇ ਦੀ ਚਾਹਤ ਤੋਂ ਵੱਧ ਨਾ ਹੁੰਦੀ ਤਾਂ ਤੁਸੀਂ ਇਸ ਤਰ੍ਹਾਂ ਕਦੇ ਨਹੀਂ ਕਰਦੇ। ਜਾਂ ਹੋ ਸਕਦਾ ਹੈ ਤੁਸੀਂ ਚੰਦਾ ਇਸ ਲਈ ਦਿੱਤਾ ਹੋਵੇ ਕਿਉਂਕਿ ਤੁਹਾਨੂੰ ਇਨਕਾਰ ਕਰਨ 'ਚ ਸ਼ਰਮ ਆ ਰਹੀ ਸੀ, ਜਾਂ ਕਿਸੇ ਗ੍ਰਾਹਕ ਨੇ ਤੁਹਾਨੂੰ ਇਸ ਤਰ੍ਹਾਂ ਕਰਨ ਲਈ ਕਿਹਾ ਹੋਵੇ। ਪਰੰਤੂ ਇੱਕ ਗੱਲ ਤਾਂ ਨਿਸ਼ਚਿਤ ਹੈ, ਤੁਸੀਂ ਰੈੱਡ ਕਰਾਸ ਵਿੱਚ ਯੋਗਦਾਨ ਇਸ ਲਈ ਦਿੱਤਾ ਕਿਉਂਕਿ ਤੁਸੀਂ ਕੁਝ ਦੇਣਾ ਚਾਹੁੰਦੇ ਸੀ। ਆਪਣੀ ਪ੍ਰਸਿੱਧ ਪੁਸਤਕ ਇਨਫਲੂਐਂਸਿੰਗ ਹਿਊਮਨ ਬਿਹੇਵੀਅਰ ਵਿੱਚ ਹੈਰੀਏ ਓਵਰਸਟਰੀਟ ਨੇ ਲਿਖਿਆ ਹੈ, ਕਰਮ ਪੈਦਾ ਹੁੰਦਾ ਹੈ ਸਾਡੀ ਬੁਨਿਆਦੀ ਇੱਛਾਵਾਂ ਨਾਲ, ਅਤੇ ਬਿਜ਼ਨਸ, ਘਰ, ਸਕੂਲ, ਰਾਜਨੀਤੀ ਅੰਦਰ ਹੋਰਾਂ ਨੂੰ ਕੰਮ ਕਰਨ ਲਈ ਪ੍ਰੇਰਿਤ ਕਰਨ ਵਾਲੇ ਲੋਕਾਂ ਨੂੰ ਸਭ ਤੋਂ ਵਧੀਆ ਸਲਾਹ ਇਹੀ ਦਿੱਤੀ ਜਾ ਸਕਦੀ ਹੈ, ਸਭ ਤੋਂ ਪਹਿਲਾਂ ਸਾਹਮਣੇ ਵਾਲੇ ਵਿਅਕਤੀ ਵਿੱਚ ਕੰਮ ਕਰਨ ਦੀ ਪ੍ਰਬਲ ਇੱਛਾ ਜਗਾਓ। ਜੋ ਇਹ ਕਰ ਸਕਦਾ ਹੈ ਉਸ ਨਾਲ ਪੂਰੀ ਦੁਨੀਆ ਹੈ, ਜੋ ਇਹ ਨਹੀਂ ਕਰ ਸਕਦਾ ਉਹ ਦੁਖੀ ਹੀ ਰਹੇਗਾ। ਐਂਡਰਿਊ ਕਾਰਨੇਗੀ ਗਰੀਬੀ ਵਿੱਚ ਪਲੇ ਸਕਾਟਲੈਂਡ ਦੇ ਗੱਭਰੂ ਸਨ, ਜਿਨ੍ਹਾਂ ਨੇ ਆਪਣੀ ਨੌਕਰੀ ਦੀ ਸ਼ੁਰੂਆਤ 2 ਸੈਂਟ ਪ੍ਰਤੀ ਘੰਟੇ ਦੇ ਕੰਮ ਨਾਲ ਹੀ ਕੀਤੀ ਸੀ ਤੇ ਬਾਅਦ ਵਿੱਚ ਉਹਨਾਂ ਨੇ $365 ਮਿਲੀਅਨ ਦਾਨ ਵਿੱਚ ਦੇ ਦਿੱਤੇ। ਉਹਨਾਂ ਦੇ ਜੀਵਨ ਦੀ ਸ਼ੁਰੂਆਤ ਤੋਂ ਹੀ ਸਿੱਖ ਲਿਆ ਸੀ ਕਿ ਲੋਕਾਂ ਨੂੰ ਪ੍ਰਭਾਵਿਤ ਕਰਨ ਦਾ ਇਕੱਲਾ ਤਰੀਕਾ ਸਾਹਮਣੇ ਵਾਲਿਆਂ ਦੀਆਂ ਇੱਛਾਵਾਂ ਬਾਰੇ ਗੱਲ ਕਰਨਾ ਹੈ। ਉਹ ਕੇਵਲ 4 ਸਾਲ ਤੱਕ ਹੀ ਸਕੂਲ ਗਏ, ਪਰ ਉਹਨਾਂ ਨੇ ਇਹ ਸਿੱਖ ਲਿਆ ਸੀ ਕਿ ਲੋਕਾਂ ਦੇ ਨਾਲ ਵਿਵਹਾਰ ਕਿਵੇਂ ਕੀਤਾ ਜਾਂਦਾ ਹੈ। ਇੱਕ ਵਾਰ ਦੀ ਗੱਲ ਹੈ, ਉਹਨਾਂ ਦੀ ਇੱਕ ਰਿਸ਼ਤੇਦਾਰ ਆਪਣੇ ਦੋਵੇਂ ਬੱਚਿਆਂ ਨੂੰ ਲੈ ਕੇ ਬੜੀ ਪਰੇਸ਼ਾਨ ਸੀ। ਉਹ ਯੈਲ ਵਿਖੇ ਸਨ ਤੇ ਇੰਨੇ ਜ਼ਿਆਦਾ ਵਿਅਸਤ ਸਨ ਕਿ ਉਹਨਾਂ ਨੂੰ ਘਰੋਂ ਚਿੱਠੀ ਲਿਖਣ ਦੀ ਯਾਦ ਹੀ ਨਹੀਂ ਰਹਿੰਦੀ ਸੀ। ਇੰਨਾ ਹੀ ਨਹੀਂ,
ਉਹ ਆਪਣੀ ਫਿਕਰਮੰਦ ਮਾਂ ਦੀਆਂ ਚਿੱਠੀਆਂ ਦਾ ਜਵਾਬ ਵੀ ਨਹੀਂ ਸਨ ਦਿੰਦੇ। ਇਹ ਸੁਣਦੇ ਸਾਰ ਹੀ ਕਾਰਨੇਗੀ ਨੇ $100 ਦੀ ਸ਼ਰਤ ਲਾਈ ਕਿ ਉਹ ਵਾਪਸੀ ਡਾਕ ਤੋਂ ਆਪਣੀ ਚਿੱਠੀ ਦਾ ਜਵਾਬ ਮੰਗਾ ਕੇ ਦਿਖਾਉਣਗੇ, ਤੇ ਮਜ਼ੇਦਾਰ ਗੱਲ ਇਹ ਕਿ ਉਹ ਜਵਾਬ ਦੇਣ ਲਈ ਬੇਨਤੀ ਨਹੀਂ ਕਰਨਗੇ। ਜਦੋਂ ਸ਼ਰਤ ਲੱਗ ਗਈ ਤਾਂ ਕਾਰਨੇਗੀ ਨੇ ਆਪਣੇ ਭਤੀਜਿਆਂ ਨੂੰ ਇੱਕ ਗਲੋਕਣੀ ਜਿਹੀ ਚਿੱਠੀ ਲਿਖੀ ਤੇ ਬਾਅਦ ਵਿੱਚ ਲਿਖ ਦਿੱਤਾ ਉਹ ਹਰ ਇੱਕ ਨੂੰ $5 ਦਾ ਨੋਟ ਚਿੱਠੀ ਨਾਲ ਭੇਜ ਰਹੇ ਹਨ। ਪਰੰਤੂ ਕਾਰਨੇਗੀ ਨੇ ਚਿੱਠੀ ਨਾਲ ਨੋਟ ਭੇਜਣ ਦੀ ਤਕਲੀਫ ਨਹੀਂ ਸੀ ਕੀਤੀ। ਵਾਪਸੀ ਡਾਕ ਤੋਂ ਉਹਨਾਂ ਦੀਆਂ ਚਿੱਠੀਆਂ ਦਾ ਸੱਚਮੁੱਚ ਹੀ ਜਵਾਬ ਆਇਆ ਸੀ, ਜਿਸ ਵਿੱਚ ਪਿਆਰੇ ਅੰਕਲ ਐਂਡਰਿਊ ਨੂੰ ਧੰਨਵਾਦ ਦਿੱਤਾ ਗਿਆ ਸੀ ਤੇ ਤੁਸੀਂ ਖੁਦ ਹੀ ਸਮਝ ਸਕਦੇ ਹੋਵੋਗੇ ਇਸ ਤੋਂ ਬਾਅਦ ਕੀ ਲਿਖਿਆ ਹੋਵੇਗਾ। ਆਪਣੀ ਗੱਲ ਮਨਵਾਉਣ ਦੀ ਇੱਕ ਹੋਰ ਮਿਸਾਲ ਕਲੀਵਲੈਂਡ ਓਹੀਓ ਦੇ ਸਟੈਨ ਨੋਵਾਕ ਦੀ ਹੈ, ਜਿਨ੍ਹਾਂ ਨੇ ਸਾਡੇ ਕੋਰਸ ਅੰਦਰ ਹਿੱਸਾ ਲਿਆ। ਸਟੈਨ ਜਦੋਂ ਇੱਕ ਦਿਨ ਸ਼ਾਮ ਨੂੰ ਘਰ ਮੁੜੇ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦਾ ਸਭ ਤੋਂ ਛੋਟਾ ਬੇਟਾ ਟਿਮ ਡਰਾਇੰਗ ਰੂਮ ਦੇ ਫਰਸ਼ ਉੱਤੇ ਬੈਠੇ-ਬੈਠੇ ਲੱਤਾਂ ਚਲਾ ਤੇ ਚੀਕ ਰਿਹਾ ਹੈ। ਉਸ ਨੂੰ ਅਗਲੇ ਦਿਨ ਕਿੰਡਰਗਾਰਟਨ ਸਕੂਲ ਜਾਣਾ ਸ਼ੁਰੂ ਕਰਨਾ ਸੀ ਤੇ ਉਹ ਸਕੂਲ ਜਾਣ ਲਈ ਤਿਆਰ ਨਹੀਂ ਸੀ। ਸਟੈਨ ਦਾ ਆਮ ਰਿਐਕਸ਼ਨ ਇਹ ਹੁੰਦਾ ਕਿ ਉਹ ਬੱਚੇ ਨੂੰ ਉਸਦੇ ਕਮਰੇ ਅੰਦਰ ਭੇਜ ਦਿੰਦਾ ਤੇ ਫਿਰ ਉਸਨੂੰ ਸਖਤੀ ਨਾਲ ਕਹਿੰਦਾ ਕਿ ਸਕੂਲ ਤਾਂ ਜਾਣਾ ਹੀ ਹੈ, ਉਸਨੂੰ ਸਕੂਲ ਜਾਣ ਦੀ ਤਿਆਰੀ ਕਰਨੀ ਚਾਹੀਦੀ ਹੈ, ਉਸ ਕੋਲੇ ਹੋਰ ਕੋਈ ਵਿਕਲਪ ਨਹੀਂ। ਪਰੰਤੂ ਉਸ ਸ਼ਾਮ ਉਸ ਨੂੰ ਇਹ ਅਹਿਸਾਸ ਹੋਇਆ ਕਿ ਜੇਕਰ ਇਸ ਤਰ੍ਹਾਂ ਕੀਤਾ ਗਿਆ ਤਾਂ ਟਿਮ ਕਦੇ ਵੀ ਸਹੀ ਮਾਨਸਿਕਤਾ ਨਾਲ ਸਕੂਲ ਨਹੀਂ ਜਾਏਗਾ। ਇਸ ਲਈ ਸਟੈਨ ਬਹਿ ਗਿਆ ਤੇ ਸੋਚਣ ਲੱਗਿਆ, ਜੇਕਰ ਮੈਂ ਟਿਮ ਹੁੰਦਾ ਤੇ ਮੈਂ ਸਕੂਲ ਜਾਣ ਲਈ ਕਿਉਂ ਉਤਸ਼ਾਹਿਤ ਹੋਣਾ ਸੀਗਾ। ਉਸਨੇ ਉਸਦੀ ਪਤਨੀ ਨੇ ਕੁਝ ਇਹੋ ਜਿਹੀਆਂ ਮਜ਼ੇਦਾਰ ਚੀਜ਼ਾਂ ਦੀ ਸੂਚੀ ਬਣਾਈ ਜਿਨ੍ਹਾਂ ਵਿੱਚ ਟਿਮ ਦੀ ਰੁਚੀ ਸੀ, ਜਿਵੇਂ ਫਿੰਗਰ ਪੇਂਟਿੰਗ, ਗਾਣਾ ਗਾਉਣਾ, ਨਵੇਂ ਦੋਸਤ ਬਣਾਉਣਾ। ਫਿਰ ਉਹ ਲੋਕ ਕੰਮ ਵਿੱਚ ਰੁੱਝ ਗਏ। ਅਸੀਂ ਸਾਰਿਆਂ ਨੇ ਕਿਚਨ ਦੀ ਟੇਬਲ ਉੱਤੇ ਫਿੰਗਰ ਪੇਂਟਿੰਗ ਸ਼ੁਰੂ ਕਰ ਦਿੱਤੀ। ਮੇਰੀ ਪਤਨੀ ਲਿਲ, ਮੇਰਾ ਵੱਡਾ ਪੁੱਤਰ ਬੌਬ, ਮੈਨੂੰ ਇਸ ਵਿੱਚ ਮਜ਼ਾ ਆ ਰਿਹਾ ਸੀ। ਛੇਤੀ ਹੀ ਟਿਮ ਨੇ ਦਰਵਾਜ਼ੇ ਤੋਂ ਬਾਹਰ ਨੂੰ ਝਾਕਿਆ। ਕੁਝ ਸਮੇਂ ਬਾਅਦ ਉਸਨੇ ਸਾਨੂੰ ਅਰਜ਼ ਕੀਤਾ ਅਸੀਂ ਇਸ ਖੇਡ ਵਿੱਚ ਉਸਨੂੰ ਵੀ ਸ਼ਾਮਲ ਕਰ ਲਈਏ। ਅਰੇ ਨਹੀਂ, ਤੈਨੂੰ ਫਿੰਗਰ ਪ੍ਰਿੰਟ ਕਰਨਾ ਸਿੱਖਣ ਲਈ ਪਹਿਲਾਂ ਕਿੰਡਰਗਾਰਟਨ ਜਾਣਾ ਪਵੇਗਾ। ਆਪਣੀ ਆਵਾਜ਼ ਵਿੱਚ ਪੂਰਾ ਉਤਸ਼ਾਹ ਭਰ ਕੇ ਮੈਂ ਉਸਦੇ ਪਹਿਲੂ ਨਾਲ ਉਸਨੂੰ ਸਮਝ ਵਿੱਚ ਆਉਣ ਵਾਲੀ ਭਾਸ਼ਾ ਅੰਦਰ ਉਸਨੂੰ ਦੱਸ ਰਿਹਾ ਕਿ ਕਿੰਡਰਗਾਰਟਨ ਵਿੱਚ ਜਾਣ ਨਾਲ ਉਸਨੂੰ ਕਿੰਨੀਆਂ ਮਜ਼ੇਦਾਰ ਗੱਲਾਂ ਸਿੱਖਣ ਨੂੰ ਮਿਲਣਗੀਆਂ। ਅਗਲੀ ਸਵੇਰ ਮੈਨੂੰ ਲੱਗ ਰਿਹਾ ਸੀ ਕਿ ਮੈਂ ਸਭ ਤੋਂ ਛੇਤੀ ਉੱਠ ਗਿਆ, ਪਰੰਤੂ ਜਦੋਂ ਮੈਂ ਹੇਠਾਂ ਗਿਆ ਤੇ ਮੈਂ ਦੇਖਿਆ ਕਿ ਟਿਮ ਲਿਵਿੰਗ ਰੂਮ ਦੀ ਕੁਰਸੀ ਉੱਪਰ ਬੈਠਾ ਸੌਂ ਰਿਹਾ ਸੀ। ਤੂੰ ਇੱਥੇ ਕੀ ਕਰ ਰਿਹਾ? ਮੈਂ ਉਸਨੂੰ ਪੁੱਛਿਆ। ਮੈਂ ਕਿੰਡਰਗਾਰਟਨ ਜਾਣ ਦਾ ਇੰਤਜ਼ਾਰ ਕਰ ਰਿਹਾ, ਮੈਂ ਲੇਟ ਨਹੀਂ ਸੀ ਹੋਣਾ ਚਾਹੁੰਦਾ। ਸਾਡੇ ਸਾਰੇ ਪਰਿਵਾਰ ਦੇ ਉਤਸ਼ਾਹ ਨੇ ਟਿਮ ਵਿੱਚ ਉਤਸੁਕਤਾ ਜਗਾ ਦਿੱਤੀ ਸੀ, ਜਿਹੜੀ ਕਿਸੇ ਵੀ ਗੱਲਬਾਤ ਜਾਂ ਡਰਾਵੇ ਨਾਲ ਨਹੀਂ ਸੀ ਪੈਦਾ ਕੀਤੀ ਜਾ ਸਕਦੀ। ਹੋ ਸਕਦਾ ਕੱਲ੍ਹ ਤੁਸੀਂ ਕਿਸੇ ਨੂੰ ਕਿਸੇ ਗੱਲ ਲਈ ਰਾਜ਼ੀ ਕਰਨਾ ਚਾਹੁੰਦੇ ਹੋ। ਕੁਝ ਬੋਲਣ ਤੋਂ ਪਹਿਲਾਂ ਥੋੜ੍ਹਾ ਰੁਕ ਕੇ ਆਪਣੇ ਆਪ ਨੂੰ ਪੁੱਛੋ, ਮੈਂ ਇਸ ਆਦਮੀ ਜਾਂ ਔਰਤ ਵਿੱਚ ਇਸ ਤਰ੍ਹਾਂ ਕਰਨ ਦੀ ਇੱਛਾ ਕਿਵੇਂ ਜਗਾ ਸਕਦਾ? ਇਸ ਸਵਾਲ ਦੇ ਨਾਲ ਸਾਨੂੰ ਇਹ ਫਾਇਦਾ ਹੋਵੇਗਾ, ਅਸੀਂ ਬਿਨਾਂ ਸੋਚੇ ਸਮਝੇ ਕਿਸੇ ਵੀ ਹਾਲਾਤ ਅੰਦਰ ਕੁੱਦਣ ਨਾਲ ਆਪਣੀਆਂ ਇੱਛਾਵਾਂ ਬਾਰੇ ਬੇਕਾਰ ਦੀਆਂ ਗੱਲਾਂ ਕਰਨ ਨਾਲੋਂ ਬਚ ਜਾਵਾਂਗੇ। ਬਹੁਤ ਪਹਿਲਾਂ ਮੈਂ ਨਿਊਯਾਰਕ ਦੇ ਇੱਕ ਹੋਟਲ ਦੇ ਬਾਥਰੂਮ ਨੂੰ 20 ਰਾਤਾਂ ਲਈ ਕਿਰਾਏ ਉੱਤੇ ਲੈਂਦਾ ਸੀ ਤਾਂ ਜੋ ਉੱਥੇ ਮੈਂ ਆਪਣੀਆਂ ਲੈਕਚਰਜ਼ ਦੀਆਂ ਸੀਰੀਜ਼ ਆਯੋਜਿਤ ਕਰ ਸਕਾਂ। ਇੱਕ ਸੀਜ਼ਨ ਦੀ ਸ਼ੁਰੂਆਤ ਸਮੇਂ ਮੈਨੂੰ ਅਚਾਨਕ ਇਹ ਸੂਚਨਾ ਮਿਲੀ ਕਿ ਮੈਨੂੰ ਪਹਿਲਾਂ ਨਾਲੋਂ 3 ਗੁਣਾ ਕਿਰਾਇਆ ਦੇਣਾ ਪਵੇਗਾ। ਇਹ ਖਬਰ ਮੇਰੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਟਿਕਟਾਂ ਛਪ ਚੁੱਕੀਆਂ ਸਨ, ਵੰਡੀਆਂ ਜਾ ਚੁੱਕੀਆਂ ਸਨ ਤੇ ਲੈਕਚਰ ਸੀਰੀਜ਼ ਦਾ ਸਾਰਾ ਪ੍ਰਚਾਰ ਹੋ ਚੁੱਕਿਆ ਸੀ। ਜ਼ਾਹਿਰ ਸੀ ਮੈਂ ਵਧਿਆ ਕਿਰਾਇਆ ਨਹੀਂ ਸੀ ਦੇਣਾ ਚਾਹੁੰਦਾ, ਪਰੰਤੂ ਹੋਟਲ ਵਾਲਿਆਂ ਨਾਲ ਇਸ ਬਾਰੇ ਗੱਲ ਕਰਨ ਨਾਲ ਕੀ ਫਾਇਦਾ ਕਿ ਮੈਂ ਕੀ ਚਾਹੁੰਦਾ ਸੀ। ਹੋਟਲ ਦਾ ਮੈਨੇਜਰ ਮੇਰੀ ਇੱਛਾ ਮੁਤਾਬਕ ਨਹੀਂ, ਆਪਣੀ ਇੱਛਾ ਮੁਤਾਬਕ ਕੰਮ ਕਰਦਾ ਸੀ। 2 ਦਿਨਾਂ ਬਾਅਦ ਮੈਂ ਮੈਨੇਜਰ ਨੂੰ ਮਿਲਣ ਨਹੀਂ ਗਿਆ। ਮੈਂ ਮੈਨੇਜਰ ਨੂੰ ਕਿਹਾ, ਮੈਨੂੰ ਤੁਹਾਡਾ ਖੱਤ ਪੜ੍ਹ ਕੇ ਪਹਿਲਾਂ ਤਾਂ ਹੈਰਾਨੀ ਹੋਈ, ਪਰ ਮੈਂ ਤੁਹਾਡੇ ਉੱਤੇ ਕੋਈ ਉਲਾਮਾ ਨਹੀਂ ਦਿੰਦਾ। ਜੇਕਰ ਮੈਂ ਤੁਹਾਡੀ ਥਾਂ ਤੇ ਹੁੰਦਾ ਤਾਂ ਮੈਂ ਵੀ ਸ਼ਾਇਦ ਇਸੇ ਤਰ੍ਹਾਂ ਦਾ ਖੱਤ ਲਿਖਿਆ ਹੁੰਦਾ। ਹੋਟਲ ਦਾ ਮੈਨੇਜਰ ਹੋਣ ਦੇ ਨਾਤੇ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਤੁਹਾਡਾ ਕਰਤੱਵ ਹੈ। ਜੇਕਰ ਤੁਸੀਂ ਇਸ ਤਰ੍ਹਾਂ ਨਹੀਂ ਕਰੋਗੇ ਤਾਂ ਤੁਹਾਨੂੰ ਨੌਕਰੀ ਤੋਂ ਕੱਢਿਆ ਜਾਵੇਗਾ ਤੇ ਕੱਢ ਵੀ ਦੇਣਾ ਚਾਹੀਦਾ। ਹੁਣ ਆਓ ਇੱਕ ਕਾਗਜ਼ ਲੈ ਕੇ ਇਹ ਲਿਖੀਏ ਕਿ ਕਿਰਾਇਆ ਵਧਾਉਣ ਤੋਂ ਪਹਿਲਾਂ ਤੁਹਾਨੂੰ ਕਿਹੜੇ-ਕਿਹੜੇ ਫਾਇਦੇ ਤੇ ਨੁਕਸਾਨ ਹੋਣਗੇ। ਮੈਂ ਇੱਕ ਕਾਗਜ਼ ਚੁੱਕਿਆ, ਉਸ ਦੇ ਵਿਚਕਾਰ ਇੱਕ ਲਾਈਨ ਖਿੱਚੀ ਤੇ ਕਲਮ ਵਿੱਚ ਫਾਇਦੇ ਤੇ ਦੂਜੇ 'ਚ ਨੁਕਸਾਨ ਸਰਲੇਖ ਪਾ ਦਿੱਤਾ। ਮੈਂ ਫਾਇਦੇ ਵਾਲੇ ਕਾਲਮ ਵਿੱਚ ਲਿਖਿਆ ਬਾਲਰੂਮ ਫਰੀ। ਫਿਰ ਮੈਂ ਕਿਹਾ ਤੁਹਾਨੂੰ ਇਹ ਫਾਇਦਾ ਹੋਵੇਗਾ ਕਿ ਡਾਂਸ ਤੇ ਹੋਰ ਸਮਾਗਮਾਂ ਲਈ ਤੁਹਾਡਾ ਬਾਲਰੂਮ ਖਾਲੀ ਰਹੇਗਾ। ਇਹ ਇੱਕ ਬਹੁਤ ਵੱਡਾ ਫਾਇਦਾ ਹੈ ਕਿਉਂਕਿ ਤੁਹਾਨੂੰ ਇਹਨਾਂ ਆਯੋਜਨਾਂ ਨਾਲ ਜ਼ਿਆਦਾ ਕਿਰਾਇਆ ਮਿਲ ਜਾਵੇਗਾ, ਜਦੋਂ ਕਿ ਜੇਕਰ ਤੁਸੀਂ ਲੈਕਚਰ ਸੀਰੀਜ਼ ਲਈ ਇਹ ਬਾਲਰੂਮ ਕਿਰਾਏ ਤੇ ਦਿੰਦੇ ਹੋ ਤਾਂ ਤੁਹਾਨੂੰ ਇਸ ਤੋਂ ਘੱਟ ਪੈਸੇ ਮਿਲਣਗੇ। ਜੇਕਰ ਮੈਂ 20 ਰਾਤਾਂ ਤੱਕ ਇਸ ਬਾਥਰੂਮ ਵਿੱਚ ਡੇਰਾ ਪਾ ਕੇ ਰਵਾਂਗਾ ਤਾਂ ਇਸ ਨਾਲ ਨਿਸ਼ਚਿਤ ਤੌਰ 'ਤੇ ਤੁਹਾਡੇ ਹੱਥੋਂ ਫਾਇਦੇਮੰਦ ਬਿਜ਼ਨਸ ਦੇ ਕਈ ਮੌਕੇ ਨਿਕਲ ਜਾਣਗੇ। ਹੁਣ ਅਸੀਂ ਨੁਕਸਾਨ ਉੱਤੇ ਧਿਆਨ ਦਿੰਦੇ ਹਾਂ। ਪਹਿਲੀ ਗੱਲ ਤਾਂ ਇਹ ਕਿ ਮੇਰੇ ਕੋਲੋਂ ਆਪਣੀ ਆਮਦਨ ਵਧਾਉਣ ਦੀ ਥਾਂ ਤੇ ਤੁਸੀਂ ਆਪਣੀ ਆਮਦਨ ਘਟਾ ਦਿੱਤੀ ਹੈ। ਦਰਅਸਲ ਤੁਹਾਨੂੰ ਬਿਲਕੁਲ ਆਮਦਨੀ ਨਹੀਂ ਹੋਵੇਗੀ ਕਿਉਂਕਿ ਤੁਸੀਂ ਜਿੰਨਾ ਕਿਰਾਇਆ ਮੰਗਿਆ ਹੈ ਮੈਂ ਉਨਾ ਕਿਰਾਇਆ ਨਹੀਂ ਦੇ ਸਕਦਾ। ਮਜਬੂਰਨ ਮੈਨੂੰ ਇਹ ਲੈਕਚਰ ਸੀਰੀਜ਼ ਕਿਸੇ ਹੋਰ ਥਾਂ ਤੇ ਆਯੋਜਿਤ ਕਰਨੀ ਪਵੇਗੀ।
ਇਸ ਤੋਂ ਇਲਾਵਾ ਤੁਹਾਨੂੰ ਇੱਕ ਹੋਰ ਨੁਕਸਾਨ ਹੋਵੇਗਾ। ਲੈਕਚਰ ਸੀਰੀਜ਼ ਦੇ ਬਹਾਨੇ ਬਹੁਤ ਸੁਸ਼ੀਲ ਤੇ ਸੁਸੱਖਿਅਤ ਲੋਕ ਤੁਹਾਡੇ ਹੋਟਲ ਵਿੱਚ ਆਉਂਦੇ ਹਨ। ਇਸ ਕਾਰਨ ਤੁਹਾਡੀ ਚੰਗੀ ਖਾਸੀ ਮਸ਼ਹੂਰੀ ਹੋ ਜਾਂਦੀ ਹੈ। ਦੇਖਿਆ ਜਾਵੇ, ਜੇਕਰ ਤੁਸੀਂ ਅਖਬਾਰਾਂ ਵਿੱਚ ਵਿਗਿਆਪਨ ਦੇਣ ਲਈ $5000 ਖਰਚ ਕਰੋ ਤਾਂ ਵੀ ਤੁਹਾਡੇ ਹੋਟਲ ਵਿੱਚ ਇੰਨੇ ਲੋਕ ਨਹੀਂ ਆਉਣਗੇ ਜਿੰਨੇ ਇਸ ਸੀਰੀਜ਼ ਰਾਹੀਂ ਆ ਜਾਂਦੇ ਹਨ। ਇਹ ਹੋਟਲ ਲਈ ਚੰਗੀ ਪਬਲਿਸਿਟੀ ਹੈ ਨਾ। ਬੋਲਣ ਵੇਲੇ ਮੈਂ ਇਹਨਾਂ ਦੋਵੇਂ ਨੁਕਸਾਨਾਂ ਨੂੰ ਉਸਦੇ ਨਿਰਧਾਰਿਤ ਕਾਲਮਾਂ ਅੰਦਰ ਲਿਖ ਦਿੱਤਾ ਤੇ ਉਸਦੇ ਕਾਗਜ਼ ਨੂੰ ਮੈਨੇਜਰ ਨੂੰ ਦਿੰਦੇ ਹੋਏ ਕਿਹਾ, ਮੈਂ ਚਾਹਾਂਗਾ ਤੁਸੀਂ ਆਪਣੇ ਹੋਟਲ ਨੂੰ ਹੋਣ ਵਾਲੇ ਫਾਇਦਿਆਂ ਤੇ ਨੁਕਸਾਨਾਂ ਉੱਪਰ ਸਾਵਧਾਨੀ ਨਾਲ ਵਿਚਾਰ ਕਰੋ ਤੇ ਫਿਰ ਮੈਨੂੰ ਆਪਣਾ ਅੰਤਮ ਫੈਸਲਾ ਦੱਸੋ। ਅਗਲੇ ਦਿਨ ਹੀ ਮੈਨੂੰ ਉਸਦਾ ਖੱਤ ਮਿਲਿਆ ਜਿਸ ਵਿੱਚ ਲਿਖਿਆ ਸੀ ਕਿ ਮੇਰਾ ਕਿਰਾਇਆ 300% ਦੀ ਬਜਾਏ ਕੇਵਲ 50% ਵਧਾਇਆ ਗਿਆ ਹੈ। ਗੌਰ ਕਰੋ, ਮੈਨੂੰ ਇਹ ਛੂਟ ਉਦੋਂ ਮਿਲੀ ਜਦੋਂ ਮੈਂ ਇਸ ਬਾਰੇ ਇੱਕ ਵੀ ਸ਼ਬਦ ਨਹੀਂ ਸੀ ਕਿਹਾ। ਮੈਂ ਕੀ ਚਾਹੁੰਦਾ ਸੀ, ਮੈਂ ਸਿਰਫ ਸਾਹਮਣੇ ਵਾਲੇ ਵਿਅਕਤੀ ਦੀ ਰੁਚੀ ਮੁਤਾਬਕ ਸੋਚਿਆ ਤੇ ਉਸਨੂੰ ਇਹ ਦੱਸਿਆ ਕਿ ਉਹ ਆਪਣੀ ਮਨਚਾਹੀ ਚੀਜ਼ ਕਿਵੇਂ ਹਾਸਲ ਕਰ ਸਕਦਾ ਸੀ। ਮੰਨ ਲਓ ਇਸ ਦੀ ਬਜਾਏ ਮੈਂ ਉਹ ਕੀਤਾ ਹੁੰਦਾ ਜਿਹੜਾ ਸੁਭਾਵਿਕ ਤੌਰ ਤੇ ਅਸੀਂ ਸਾਰੇ ਕਰਦੇ ਹਾਂ, ਯਾਨੀ ਮੈਂ ਉਸਦੇ ਦਫ਼ਤਰ ਵਿੱਚ ਵੜ ਜਾਂਦਾ ਤੇ ਉਸਨੂੰ ਕਹਿੰਦਾ, ਮੇਰਾ ਕਿਰਾਇਆ 3 ਗੁਣਾ ਵਧਾਉਣ ਦਾ ਕੀ ਮਤਲਬ ਹੈ, ਜਦੋਂ ਕਿ ਤੁਸੀਂ ਜਾਣਦੇ ਹੋ ਕਿ ਟਿਕਟਾਂ ਛਪ ਚੁੱਕੀਆਂ ਨੇ ਤੇ ਪ੍ਰਚਾਰ ਹੋ ਚੁੱਕਿਆ। 3 ਗੁਣਾ ਕਿਰਾਇਆ, ਇਹ ਤਾਂ ਜਾਤੀ ਹੈ, ਬੇਵਕੂਫੀ ਹੈ, ਮੈਂ ਇੰਨਾ ਕਿਰਾਇਆ ਹਰਗਿਜ਼ ਨਹੀਂ ਦੇਣਾ। ਉਦੋਂ ਕੀ ਹੋਇਆ ਹੁੰਦਾ, ਇੱਕ ਬਹਿਸ ਜਿਸ ਵਿੱਚ ਦੋਵੇਂ ਪਾਸਿਓਂ ਗਰਮਾ ਗਰਮੀ ਹੁੰਦੀ, ਤਣੀ ਹੁੰਦੀ ਤੇ ਤੁਸੀਂ ਜਾਣਦੇ ਹੋ ਕਿ ਇਸ ਤਰ੍ਹਾਂ ਦੀਆਂ ਬਹਿਸਾਂ ਦਾ ਅੰਤ ਕਿਵੇਂ ਹੁੰਦਾ। ਭਾਵੇਂ ਮੈਂ ਉਸ ਕੋਲੋਂ ਉਸਦੀ ਗਲਤੀ ਮਨਵਾ ਲੈਂਦਾ, ਪਰੰਤੂ ਆਪਦੇ ਗੁਮਾਨ ਕਾਰਨ ਉਹ ਝੁਕਣ ਲਈ ਕਦੇ ਵੀ ਤਿਆਰ ਨਾ ਹੁੰਦਾ ਤੇ ਨਾ ਹੀ ਕਦੇ ਮੇਰੀ ਗੱਲ ਮੰਨਦਾ। ਮਨੁੱਖੀ ਸੰਬੰਧਾਂ ਦੀ ਕਲਾ ਬਾਰੇ ਹੈਨਰੀ ਫੋਰਡ ਨੇ ਬੜੀ ਹੀ ਸੋਹਣੀ ਸਲਾਹ ਦਿੱਤੀ ਹੈ। ਜੇਕਰ ਸਫਲਤਾ ਦਾ ਕੋਈ ਰਹੱਸ ਹੈ ਤਾਂ ਉਹ ਇਹ ਹੈ ਕਿ ਸਾਡੇ ਅੰਦਰ ਇਹ ਲਿਆਕਤ ਜਾਂ ਯੋਗਤਾ ਹੋਣੀ ਚਾਹੀਦੀ ਹੈ ਕਿ ਅਸੀਂ ਸਾਹਮਣੇ ਵਾਲੇ ਦੇ ਨਜ਼ਰੀਏ ਨੂੰ ਸਮਝ ਅਤੇ ਕਿਸੇ ਘਟਨਾ ਨੂੰ ਅਸੀਂ ਆਪਦੇ ਨਜ਼ਰੀਏ ਦੇ ਨਾਲੋਂ ਨਾਲ ਸਾਹਮਣੇ ਵਾਲੇ ਦੇ ਨਜ਼ਰੀਏ ਤੋਂ ਵੀ ਦੇਖ ਸਕੀਏ। ਇਹ ਇੰਨਾ ਕੁ ਵਧੀਆ ਕੋਟੇਸ਼ਨ ਹੈ ਕਿ ਮੈਂ ਇਸ ਨੂੰ ਇੱਕ ਵਾਰੀ ਫੇਰ ਦੁਹਰਾਉਣਾ ਚਾਹਾਂਗਾ। ਜੇਕਰ ਸਫਲਤਾ ਦਾ ਕੋਈ ਰਹੱਸ ਹੈ ਤਾਂ ਉਹ ਇਹ ਹੈ ਕਿ ਸਾਡੇ ਵਿੱਚ ਇਹ ਲਿਆਕਤ ਜਾਂ ਯੋਗਤਾ ਹੋਣੀ ਚਾਹੀਦੀ ਹੈ ਕਿ ਅਸੀਂ ਸਾਹਮਣੇ ਵਾਲੇ ਦੇ ਨਜ਼ਰੀਏ ਨੂੰ ਸਮਝ ਸਕੀਏ ਤੇ ਕਿਸੇ ਘਟਨਾ ਨੂੰ ਅਸੀਂ ਆਪਦੇ ਨਜ਼ਰੀਏ ਦੇ ਨਾਲੋਂ ਨਾਲ ਸਾਹਮਣੇ ਵਾਲੇ ਦੇ ਨਜ਼ਰੀਏ ਤੋਂ ਵੀ ਦੇਖ ਸਕੀਏ। ਇਹ ਇੰਨਾ ਆਸਾਨ ਹੈ, ਇੰਨਾ ਸਪਸ਼ਟ ਹੈ ਕਿ ਇਸ ਦੀ ਸੱਚਾਈ ਸਾਨੂੰ ਪਹਿਲੀ ਨਜ਼ਰ ਵਿੱਚ ਹੀ ਸਮਝ ਆ ਜਾਣੀ ਚਾਹੀਦੀ ਹੈ, ਪਰੰਤੂ ਫਿਰ ਵੀ 90% ਲੋਕ 90% ਤੋਂ ਵੀ ਜ਼ਿਆਦਾ ਸਮੇਂ ਇਸ ਨੂੰ ਨਜ਼ਰਅੰਦਾਜ਼ ਕਰਦੇ ਨੇ। ਇੱਕ ਉਦਾਹਰਨ, ਅੱਜ ਸਵੇਰੇ ਡਾਕ ਤੋਂ ਆਏ ਖੱਤਾਂ ਨੂੰ ਦੇਖੋ, ਤੁਸੀਂ ਪਾਵੋਗੇ ਕਿ ਉਹਨਾਂ ਵਿੱਚੋਂ ਜ਼ਿਆਦਾਤਰ ਲੋਕ ਕਾਮਨ ਸੈਂਸ ਦੇ ਇਸ ਮਹੱਤਵਪੂਰਨ ਸਿਧਾਂਤ ਦੀ ਉਲੰਘਣਾ ਕਰਦੇ ਹਨ। ਇਸ ਖੱਤ ਨੂੰ ਹੀ ਲੈ ਲਓ, ਜਿਹੜਾ ਇੱਕ ਐਡਵਰਟਾਈਜ਼ਿੰਗ ਏਜੰਸੀ ਦੇ ਰੇਡੀਓ ਡਿਪਾਰਟਮੈਂਟ ਦੇ ਪ੍ਰਮੁੱਖ ਨੇ ਲਿਖਿਆ ਹੈ, ਜਿਸ ਦੇ ਆਫਿਸ ਸਾਰੇ ਮਹਾਂਦੀਪਾਂ ਵਿੱਚ ਫੈਲੇ ਹੋਏ ਹਨ। ਇਹ ਖੱਤ ਦੇਸ਼ ਭਰ ਦੇ ਸਾਰੇ ਸਥਾਨੀ ਰੇਡੀਓ ਸਟੇਸ਼ਨਾਂ ਦੇ ਮੈਨੇਜਰਾਂ ਨੂੰ ਭਿਜਵਾਇਆ ਗਿਆ ਸੀ। ਮੈਂ ਬ੍ਰੈਕਟ ਦੇ ਹਰ ਪੈਰਾਗ੍ਰਾਫ ਬਾਰੇ ਆਪਦੀ ਪ੍ਰਤੀਕਿਰਿਆ ਲਿਖੀ ਹੈ। ਮਿਸਟਰ ਜੌਨ ਬਲੈਕ, ਬਲੈਕਵਿਲੇ, ਇੰਡੀਆਨਾ। ਡੀਅਰ ਮਿਸਟਰ ਬਲੈਕ, ਕੰਪਨੀ ਰੇਡੀਓ ਦੇ ਖੇਤਰ ਵਿੱਚ ਐਡਵਰਟਾਈਜ਼ਿੰਗ ਏਜੰਸੀ ਦੇ ਸਿਖਰ ਉੱਤੇ ਆਪਣੀ ਸਥਿਤੀ ਬਣਾਏ ਰੱਖਣਾ ਚਾਹੁੰਦੀ ਹੈ। ਬ੍ਰੈਕਟ ਸ਼ੁਰੂ ਹੁੰਦੀ ਹੈ, ਇਸ ਗੱਲ ਦੀ ਕਿਸ ਨੂੰ ਪਰਵਾਹ ਹੈ ਕਿ ਤੁਹਾਡੀ ਕੰਪਨੀ ਕੀ ਚਾਹੁੰਦੀ ਹੈ। ਮੈਂ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਪਰੇਸ਼ਾਨ ਹਾਂ। ਬੈਂਕ ਮੇਰੇ ਘਰ ਦੇ ਕਰਜ਼ੇ ਨੂੰ ਫੋਰਕਲੋਜ਼ ਕਰ ਰਹੀ ਹੈ। ਸਟਾਕ ਮਾਰਕੀਟ ਕੱਲ ਹੇਠਾਂ ਡਿੱਗ ਗਿਆ। ਮੇਰੀ ਅੱਜ ਸਵੇਰ ਦੀ 8:15 ਵਜੇ ਵਾਲੀ ਟ੍ਰੇਨ ਛੁੱਟ ਗਈ। ਮੈਨੂੰ ਪਹਿਲੀ ਰਾਤ ਨੂੰ ਜੋਨਸ ਪਰਿਵਾਰ ਦੇ ਘਰ ਵਿਖੇ ਹੋਣ ਵਾਲੇ ਡਾਂਸ ਲਈ ਨਹੀਂ ਬੁਲਾਇਆ ਗਿਆ। ਡਾਕਟਰ ਕਹਿੰਦਾ ਹੈ ਕਿ ਮੈਨੂੰ ਹਾਈ ਬਲੱਡ ਪ੍ਰੈਸ਼ਰ ਹੈ, ਨਿਊਰਾਈਟਿਸ ਤੇ ਡੈਂਡਰਫ ਵੀ ਹੈ। ਤੇ ਇਸ ਤੋਂ ਬਾਅਦ ਕੀ ਹੁੰਦਾ ਹੈ? ਮੈਂ ਹੈਰਾਨ ਪਰੇਸ਼ਾਨ ਆਫਿਸ ਵਿੱਚ ਆਉਂਦਾ ਹਾਂ, ਆਪਣੀ ਡਾਕ ਖੋਲ੍ਹਦਾ ਹਾਂ ਤੇ ਉੱਥੇ ਨਿਊਯਾਰਕ ਵਿੱਚ ਬੈਠਾ ਕੋਈ ਘਮੰਡੀ ਆਦਮੀ ਇਸ ਗੱਲ ਦੀ ਸਿੰਗੀ ਬੁਖਾਰਦਾ ਹੈ ਕਿ ਉਸਦੀ ਕੰਪਨੀ ਕੀ ਚਾਹੁੰਦੀ ਹੈ। ਬਕਵਾਸ। ਜੇਕਰ ਉਸਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਕਿ ਉਸਦੇ ਖੱਤ ਦਾ ਕੀ ਪ੍ਰਭਾਵ ਪਵੇਗਾ ਤਾਂ ਉਸਨੇ ਐਡਵਰਟਾਈਜ਼ਿੰਗ ਬਿਜ਼ਨਸ ਨੂੰ ਛੱਡ ਕੇ ਸ਼ੀਪ ਡੀਪ ਬਣਾਉਣ ਦਾ ਬਿਜ਼ਨਸ ਸ਼ੁਰੂ ਕਰ ਦਿੱਤਾ ਹੁੰਦਾ। ਇਸ ਏਜੰਸੀ ਦੇ ਰਾਸ਼ਟਰੀ ਐਡਵਰਟਾਈਜ਼ਿੰਗ ਅਕਾਊਂਟਸ ਨੈਟਵਰਕ ਦੇ ਮੱਧ ਕਰਮ ਸਨ। ਅਸੀਂ ਹਰ ਸਾਲ ਇੰਨਾ ਵੱਧ ਵਿਗਿਆਪਨ ਕਰਦੇ ਹਾਂ ਕਿ ਅਸੀਂ ਬਾਕੀ ਸਾਰੀਆਂ ਏਜੰਸੀਆਂ ਤੋਂ ਅੱਗੇ ਹਾਂ ਤੇ ਇਸ ਬਿਜ਼ਨਸ ਵਿੱਚ ਨੰਬਰ 1 ਤੇ ਹਾਂ। ਬ੍ਰੈਕਟ ਵਿੱਚ, ਤੁਸੀਂ ਬਹੁਤ ਵੱਡੇ ਹੋ, ਅਮੀਰ ਹੋ, ਨੰਬਰ 1 ਹੋ। ਕੀ ਸੱਚੀ? ਤਾਂ ਉਸ ਨਾਲ ਕੀ ਫਰਕ ਪੈਂਦਾ? ਮੈਨੂੰ ਰੱਤੀ ਭਰ ਵੀ ਫਰਕ ਨਹੀਂ ਪੈਂਦਾ, ਭਾਵੇਂ ਤੂੰ ਅਮਰੀਕਾ ਦੇ ਜਨਰਲ ਮੋਟਰਜ਼ ਤੇ ਜਨਰਲ ਇਲੈਕਟ੍ਰੀਕਲ ਦੇ ਜਨਰਲ ਸਟਾਫ ਜਿੰਨੇ ਵੱਡੇ ਹੋ ਜਾਓ। ਜੇਕਰ ਤੁਹਾਡੇ ਵਿੱਚ ਚਿੜੀ ਜਿੰਨੀ ਵੀ ਸਿਆਣਪ ਹੁੰਦੀ ਤਾਂ ਤੁਹਾਨੂੰ ਇਹ ਅਹਿਸਾਸ ਹੋਣਾ ਚਾਹੀਦਾ ਸੀ ਕਿ ਮੇਰੀ ਰੁਚੀ ਇਸ ਗੱਲ ਵਿੱਚ ਹੈ ਕਿ ਮੈਂ ਕਿੰਨਾ ਵੱਡਾ ਹਾਂ, ਨਾ ਕਿ ਇਸ ਗੱਲ ਅੰਦਰ ਕਿ ਤੁਸੀਂ ਕਿੰਨੇ ਵੱਡੇ ਹੋ। ਤੁਹਾਡੀ ਇਸ ਵਿਰਾਟ ਸਫਲਤਾ ਦੀ ਚਰਚਾ ਨਾਲ ਮੈਂ ਆਪਣੇ ਆਪ ਨੂੰ ਛੋਟਾ ਤੇ ਤੁੱਛ ਸਮਝਣ ਲੱਗ ਪਿਆ ਹਾਂ। ਬ੍ਰੈਕਟ ਬੰਦ। ਅਸੀਂ ਚਾਹੁੰਦੇ ਹਾਂ ਕਿ ਰੇਡੀਓ ਰਾਹੀਂ ਆਪਣੇ ਗ੍ਰਾਹਕਾਂ ਦੀ ਇਹੋ ਜਿਹੀ ਸੇਵਾ ਕਰੀਏ ਜਿਹੜੀ ਸਭ ਤੋਂ ਬਿਹਤਰ ਹੋਵੇ ਤੇ ਇਹਦਾ ਰਿਐਕਸ਼ਨ ਤੁਸੀਂ ਚਾਹੁੰਦੇ ਹੋ। ਬੇਮੇਚ ਖੋਤੇ। ਮੇਰੀ ਇਸ ਗੱਲ ਵਿੱਚ ਕੋਈ ਰੁਚੀ ਨਹੀਂ ਕਿ ਤੁਸੀਂ ਕੀ ਚਾਹੁੰਦੇ ਹੋ ਜਾਂ ਅਮਰੀਕਾ ਦਾ ਰਾਸ਼ਟਰਪਤੀ ਕੀ ਚਾਹੁੰਦਾ ਹੈ। ਮੈਂ ਤੈਨੂੰ ਆਖਰੀ ਵਾਰ ਦੱਸ ਦਿਆਂ ਕਿ ਮੇਰੀ ਰੁਚੀ ਇਸ ਗੱਲ ਅੰਦਰ ਹੈ ਕਿ ਮੈਂ ਕੀ ਚਾਹੁੰਦਾ ਹਾਂ ਤੇ ਤੂੰ ਆਪਣੇ ਬੇਵਕੂਫੀ ਨਾਲ ਭਰੇ ਇਸ ਖੱਤ ਵਿੱਚ ਹੁਣ ਤੱਕ ਇਸ ਬਾਰੇ ਇੱਕ ਵੀ ਗੱਲ ਨਹੀਂ ਲਿਖੀ। ਬ੍ਰੈਕਟ ਬੰਦ। ਇਸ ਲਈ ਕੀ ਤੁਸੀਂ
ਕੰਪਨੀ ਦਾ ਨਾਂ ਸਪਤਾਹਿਕ ਸਟੇਸ਼ਨ ਦੀ ਜਾਣਕਾਰੀ ਵਾਲੀ ਆਪਣੀ ਵਿਸ਼ੇਸ਼ ਸੂਚੀ ਵਿੱਚ ਜੋੜੋਗੇ। ਬੁੱਧੀਮਤਾਪੂਰਨ ਬੁਕਿੰਗ ਟਾਈਮ ਲਈ ਵਿਸਤ੍ਰਿਤ ਜਾਣਕਾਰੀ ਏਜੰਸੀ ਲਈ ਉਪਯੋਗੀ ਸਿੱਧ ਹੋਵੇਗੀ। ਇਸ ਦਾ ਰਿਐਕਸ਼ਨ ਵਿਸ਼ੇਸ਼ ਸੂਚੀ। ਤੇਰੀ ਇਹ ਮਜਾਲ, ਪਹਿਲਾਂ ਤਾਂ ਤੈਨੂੰ ਆਪਣੀ ਕੰਪਨੀ ਦਾ ਗੁਣਗਾਨ ਕਰਕੇ ਮੈਨੂੰ ਤੁੱਛ ਹੋਣ ਦਾ ਅਹਿਸਾਸ ਕਰਾਇਆ ਤੇ ਹੁਣ ਤੂੰ ਮੇਰੇ ਕੋਲੋਂ ਇਹ ਆਸ ਕਰਦਾ ਹੈ ਕਿ ਮੈਂ ਤੇਰੀ ਕੰਪਨੀ ਦਾ ਨਾਮ ਵਿਸ਼ੇਸ਼ ਸੂਚੀ ਵਿੱਚ ਲਿਖ ਕੇ ਦੇਵਾਂ ਤੇ ਹੋਰ ਤਾਂ ਹੋਰ ਤੂੰ ਇਸ ਅਰਜ਼ ਨਾਲ ਕਿਰਪਾ ਕਰਕੇ ਲਿਖਣ ਦੀ ਤਕਲੀਫ ਵੀ ਨਹੀਂ ਕੀਤੀ। ਬ੍ਰੈਕਟ ਬੰਦ। ਇਸ ਖੱਤ ਦੀ ਫੌਰਨ ਪ੍ਰਾਪਤੀ ਭੇਜੋ ਤੇ ਦੱਸੋ ਕਿ ਤੁਸੀਂ ਵਰਤਮਾਨ ਵਿੱਚ ਕੀ ਕਰ ਰਹੇ ਹੋ। ਆਸ ਹੈ ਕਿ ਆਪਸੀ ਸਹਿਯੋਗ ਨਾਲ ਸਾਨੂੰ ਦੋਨਾਂ ਨੂੰ ਹੀ ਮੁਨਾਫਾ ਹੋਵੇਗਾ। ਇਹਦਾ ਰਿਐਕਸ਼ਨ, ਉਹ ਮੂਰਖਾ, ਤੂੰ ਤਾਂ ਮੈਨੂੰ ਇੱਕ ਘਟੀਆ ਜਿਹਾ ਖੱਤ ਭੇਜਿਆ, ਇੱਕ ਇਹੋ ਜਿਹਾ ਖੱਤ ਜਿਹੜਾ ਪੱਤਝੜ ਦੇ ਪੱਤਿਆਂ ਵਾਂਗ ਇੱਧਰ ਉੱਧਰ ਖਿਲ ਰਿਹਾ ਹੋਇਆ ਹੈ ਤੇ ਜਦੋਂ ਮੈਂ ਆਪਣੇ ਕਰਜ਼ੇ, ਆਪਣੇ ਬਲੱਡ ਪ੍ਰੈਸ਼ਰ ਬਾਰੇ ਫਿਕਰਮੰਦ ਹਾਂ ਉਸ ਵੇਲੇ ਤੂੰ ਮੇਰੇ ਕੋਲੋਂ ਇਹ ਆਸ ਕਰ ਰਿਹਾ ਕਿ ਮੈਂ ਬੈਠ ਕੇ ਤੇਰੇ ਖੱਤ ਦੀ ਪ੍ਰਾਪਤੀ ਭੇਜਾਂ, ਉਹ ਵੀ ਤੁਰੰਤ ਨਾਲ। ਤੇਰਾ ਕੀ ਮਤਲਬ ਹੈ? ਕੀ ਤੂੰ ਇਹ ਨਹੀਂ ਜਾਣਦਾ ਕਿ ਮੈਂ ਵੀ ਓਨਾ ਹੀ ਵਿਅਸਤ ਹਾਂ ਜਿੰਨੇ ਕਿ ਤੁਸੀਂ, ਜਾਂ ਘੱਟੋ ਘੱਟ ਮੈਂ ਆਪਣੇ ਆਪ ਨੂੰ ਵਿਅਸਤ ਸਮਝਣਾ ਪਸੰਦ ਕਰਦਾ ਹਾਂ। ਤੇ ਜਦੋਂ ਅਸੀਂ ਇਸ ਵਿਸ਼ੇ ਉੱਪਰ ਗੱਲ ਕਰ ਹੀ ਰਹੇ ਹਾਂ ਤਾਂ ਮੈਂ ਜਾਣਨਾ ਚਾਹੁੰਦਾ ਕਿ ਤੈਨੂੰ ਇਹ ਅਧਿਕਾਰ ਕਿਹਨੇ ਦਿੱਤਾ ਹੈ ਕਿ ਤੂੰ ਮੇਰੇ ਉੱਤੇ ਹੁਕਮ ਚਲਾਵੇਂ। ਤੂੰ ਕਹਿਣਾ ਹੈ ਇਸ ਨਾਲ ਸਾਨੂੰ ਦੋਹਾਂ ਨੂੰ ਮੁਨਾਫਾ ਹੋਵੇਗਾ। ਆਖਰਕਾਰ ਤੂੰ ਮੇਰੇ ਨਜ਼ਰੀਏ ਨਾਲ ਦੇਖਿਆ ਤਾਂ ਸਹੀ, ਪਰੰਤੂ ਇਸ ਵਿੱਚ ਮੈਨੂੰ ਕੀ ਮੁਨਾਫਾ ਹੋਵੇਗਾ, ਇਸ ਬਾਰੇ ਤਾਂ ਤੂੰ ਸਪਸ਼ਟ ਤੌਰ ਤੇ ਕੁਝ ਵੀ ਨਹੀਂ ਲਿਖਿਆ। ਤੁਹਾਡਾ ਜੌਨ ਡੋਏ, ਮੈਨੇਜਰ, ਰੇਡੀਓ ਡਿਪਾਰਟਮੈਂਟ। ਫਿਰ ਤੂੰ ਬਲੈਕਵਿਲੇ ਜਨਰਲ ਨਾਲ ਨੱਥੀ ਕੀਤੇ ਗਏ ਰੀਪ੍ਰਿੰਟ ਤੁਹਾਨੂੰ ਪਸੰਦ ਆਉਣਗੇ ਤੇ ਤੁਸੀਂ ਇਸ ਨੂੰ ਆਪਣੇ ਸਟੇਸ਼ਨ ਤੋਂ ਬ੍ਰੌਡਕਾਸਟ ਕਰਨਾ ਚਾਹੋਗੇ। ਇਸ ਦਾ ਰਿਐਕਸ਼ਨ, ਆਖਰਕਾਰ ਫਿਰ ਤੋਂ ਵਾਲੇ ਕਾਲਮ ਵਿੱਚ ਤੂੰ ਕਿਸੇ ਇਹੋ ਜਿਹੀ ਚੀਜ਼ ਦਾ ਜ਼ਿਕਰ ਕੀਤਾ ਜਿਹੜੀ ਮੇਰੇ ਕੰਮ ਦੀ ਹੋਵੇ। ਤੂੰ ਇਸੇ ਗੱਲ ਨਾਲ ਆਪਣੇ ਖੱਤ ਦੀ ਸ਼ੁਰੂਆਤ ਕਿਉਂ ਨਹੀਂ ਕੀਤੀ? ਪਰੰਤੂ ਹੁਣ ਕੀ ਫਾਇਦਾ? ਕੋਈ ਵੀ ਐਡਵਰਟਾਈਜ਼ਿੰਗ ਕਿੱਤੇ ਦਾ ਆਦਮੀ ਜਿਹੜਾ ਇੰਨੀ ਸਾਰੀ ਬਕਵਾਸ ਲਿਖਣ ਦਾ ਮੁਜਰਮ ਹੋਵੇ, ਉਹ ਜ਼ਰੂਰ ਕਿਸੇ ਮਾਨਸਿਕ ਰੋਗ ਨਾਲ ਪੀੜਤ ਹੋਵੇਗਾ। ਤੈਨੂੰ ਇਹ ਜਾਣਨ ਦੀ ਕੀ ਲੋੜ ਹੈ ਕਿ ਅਸੀਂ ਵਰਤਮਾਨ ਵਿੱਚ ਕੀ ਕਰ ਰਹੇ ਹਾਂ? ਤੈਨੂੰ ਤਾਂ ਆਪਣੇ ਥਾਇਰਾਇਡ ਵਿੱਚ ਥੋੜੇ ਜਿਹੇ ਆਇਓਡੀਨ ਦੀ ਲੋੜ ਹੈ। ਜਿਹੜੇ ਲੋਕਾਂ ਨੇ ਆਪਣਾ ਸਾਰਾ ਜੀਵਨ ਐਡਵਰਟਾਈਜ਼ਿੰਗ ਵਿੱਚ ਸਮਰਪਿਤ ਕੀਤਾ ਹੈ ਤੇ ਜਿਹੜੇ ਲੋਕ ਦੂਜੇ ਲੋਕਾਂ ਨੂੰ ਖਰੀਦਣ ਲਈ ਪ੍ਰਭਾਵਿਤ ਕਰਨ ਦੀ ਕਲਾ ਦੇ ਮਾਹਰ ਹੋਣ ਦਾ ਦਾਅਵਾ ਕਰਦੇ ਨੇ, ਜੇਕਰ ਉਹੀ ਲੋਕ ਇਹੋ ਜਿਹੇ ਖੱਤ ਲਿਖਦੇ ਨੇ ਤਾਂ ਅਸੀਂ ਬੂਚਰ ਅਤੇ ਬੇਕਾਰ ਜਾਂ ਆਟੋ ਮਕੈਨਿਕ ਕੋਲੋਂ ਕੀ ਆਸ ਰੱਖ ਸਕਦੇ ਹਾਂ? ਇੱਥੇ ਇੱਕ ਹੋਰ ਖੱਤ ਦਿੱਤਾ ਜਾ ਰਿਹਾ ਹੈ ਜਿਹੜਾ ਇੱਕ ਵੱਡੇ ਫਰੰਟ ਟਰਮੀਨਲ ਦੇ ਸੁਪਰਡੈਂਟ ਨੇ ਸਾਡੇ ਕੋਰਸ ਦੇ ਇੱਕ ਸਟੂਡੈਂਟ ਐਡਵਰਡ ਨੂੰ ਲਿਖਿਆ ਸੀ ਤੇ ਇਸ ਖੱਤ ਦਾ ਪਾਉਣ ਵਾਲੇ ਉੱਤੇ ਕੀ ਪ੍ਰਭਾਵ ਪਿਆ। ਪਹਿਲਾਂ ਇਸ ਨੂੰ ਪੜ੍ਹ ਲਓ, ਫਿਰ ਮੈਂ ਤੁਹਾਨੂੰ ਇਸ ਬਾਰੇ ਦੱਸਦਾ ਹਾਂ। 28 ਫਰੰਟ ਸਟਰੀਟ, ਬਰੁਕਲਿਨ, ਨਿਊਯਾਰਕ। ਧਿਆਨ ਗੋਚਰੇ, ਮਿਸਟਰ ਐਡਵਰਡ, ਸ਼੍ਰੀਮਾਨ। ਕਿਉਂਕਿ ਸਾਰੇ ਗਾਹਕ ਆਪਦਾ ਜ਼ਿਆਦਾਤਰ ਮਾਲ ਸ਼ਾਮ ਨੂੰ ਭਜਵਾਉਂਦੇ ਹਨ, ਇਸ ਲਈ ਉਸ ਨੂੰ ਬਾਹਰ ਭਜਵਾਉਣ ਲਈ ਸਾਨੂੰ ਕਾਫੀ ਮੁਸ਼ਕਲਾਂ ਆਉਂਦੀਆਂ ਹਨ। ਇਸ ਵਜ੍ਹਾ ਕਰਕੇ ਸਾਡੇ ਇੱਥੇ ਭੀੜ ਹੋ ਜਾਂਦੀ ਹੈ। ਸਾਡੇ ਵਰਕਰਾਂ ਨੂੰ ਓਵਰ ਟਾਈਮ ਕਰਨਾ ਪੈਂਦਾ ਹੈ। ਸਾਡੇ ਟਰੱਕ ਦੇਰ ਨਾਲ ਨਿਕਲਦੇ ਨੇ ਤੇ ਕਈ ਵਾਰੀ ਤਾਂ ਮਾਲ ਵੀ ਦੇਰ ਨਾਲ ਪਹੁੰਚ ਪਾਉਂਦਾ ਹੈ। 10 ਨਵੰਬਰ ਨੂੰ ਤੁਹਾਡੀ ਕੰਪਨੀ ਨੇ 510 ਆਈਟਮਾਂ ਦਾ ਲਾਟ ਸਾਨੂੰ ਭੇਜਿਆ ਸੀ, ਜਿਹੜਾ ਕਿ ਸਾਨੂੰ ਸ਼ਾਮੀ 4:20 ਤੇ ਮਿਲਿਆ। ਦੇਰ ਨਾਲ ਮਾਲ ਮਿਲਣ ਕਰਕੇ ਹੋਣ ਵਾਲੀਆਂ ਪਰੇਸ਼ਾਨੀਆਂ ਨਾਲ ਨਜਿੱਠਣ ਲਈ ਅਸੀਂ ਤੁਹਾਡਾ ਸਹਿਯੋਗ ਚਾਹੁੰਦੇ ਹਾਂ। ਕੀ ਅਸੀਂ ਤੁਹਾਡੇ ਕੋਲੋਂ ਕੋਈ ਇਹੋ ਜਿਹੀ ਆਸ ਰੱਖ ਸਕਦੇ ਹਾਂ ਜਦੋਂ ਵੀ ਤੁਹਾਨੂੰ ਮਾਲ ਭਜਵਾਉਣਾ ਹੋਵੇ, ਜਿਵੇਂ ਉੱਤੇ ਦਿੱਤੀ ਮਿਤੀ ਨੂੰ ਹੋਇਆ ਸੀ, ਤਾਂ ਤੁਸੀਂ ਇਹ ਕੋਸ਼ਿਸ਼ ਕਰੋ ਕਿ ਜਾਂ ਤਾਂ ਤੁਹਾਡਾ ਟਰੱਕ ਸਾਡੇ ਕੋਲੇ ਛੇਤੀ ਪਹੁੰਚੇ ਤੇ ਜਾਂ ਫਿਰ ਤੁਸੀਂ ਮਾਲ ਦਾ ਕੁਝ ਹਿੱਸਾ ਸਵੇਰੇ ਹੀ ਭਜਵਾ ਦਿਓ। ਇਸ ਤਰ੍ਹਾਂ ਦੀ ਵਿਵਸਥਾ ਨਾਲ ਤੁਹਾਨੂੰ ਇਹ ਫਾਇਦਾ ਹੋਵੇਗਾ ਕਿ ਤੁਹਾਡੇ ਟਰੱਕ ਛੇਤੀ ਖਾਲੀ ਹੋਣਗੇ ਤੇ ਤੁਹਾਨੂੰ ਇਹ ਨਿਸ਼ਚਿੰਤਤਾ ਹੋਵੇਗੀ ਕਿ ਤੁਹਾਡਾ ਮਾਲ ਠੀਕ ਸਮੇਂ ਉੱਤੇ ਉਸੇ ਦਿਨ ਰਵਾਨਾ ਹੋ ਜਾਵੇਗਾ। ਤੁਹਾਡਾ JB ਸੁਪਰਡੈਂਟ। ਇਸ ਖੱਤ ਨੂੰ ਪੜ੍ਹ ਕੇ ਉਸ ਕਾਰਪੋਰੇਸ਼ਨ ਦੇ ਸੇਲਜ਼ ਮੈਨੇਜਰ ਮਿਸਟਰ ਵਰਮਨਿਲ ਦਾ ਰਿਐਕਸ਼ਨ ਇਹ ਸੀ ਕਿ ਉਹਨਾਂ ਨੇ ਮੈਨੂੰ ਲਿਖ ਕੇ ਭੇਜਿਆ। ਇਸ ਖੱਤ ਦਾ ਮੇਰੇ ਉੱਤੇ ਉਲਟ ਹੀ ਅਸਰ ਹੋਇਆ। ਇਸ ਖੱਤ ਦੀ ਸ਼ੁਰੂਆਤ ਵਿੱਚ ਉਹਨਾਂ ਨੇ ਆਪਣੀਆਂ ਸਮੱਸਿਆਵਾਂ ਦਾ ਰੋਣਾ ਰੋਇਆ ਸੀ, ਜਿਸ ਵਿੱਚ ਮੇਰੀ ਜਰਾ ਜਿਹੀ ਵੀ ਰੁਚੀ ਨਹੀਂ ਸੀ। ਫਿਰ ਸਾਡੇ ਕੋਲੋਂ ਸਹਿਯੋਗ ਮੰਗਿਆ ਗਿਆ ਤੇ ਇਸ ਗੱਲ ਦਾ ਕਤਈ ਵਿਚਾਰ ਨਹੀਂ ਸੀ ਕੀਤਾ ਗਿਆ ਕਿ ਇਸ ਨਾਲ ਸਾਨੂੰ ਕੀ ਪਰੇਸ਼ਾਨੀਆਂ ਹੋਣਗੀਆਂ। ਤੇ ਅੰਤਲੇ ਪੈਰਾਗ੍ਰਾਫ ਵਿੱਚ ਇਸ ਤੱਥ ਦਾ ਜ਼ਿਕਰ ਕੀਤਾ ਗਿਆ ਕਿ ਜੇਕਰ ਅਸੀਂ ਸਹਿਯੋਗ ਕਰਾਂਗੇ ਤਾਂ ਇਸ ਨਾਲ ਸਾਨੂੰ ਕੀ ਫਾਇਦਾ ਹੋਵੇਗਾ। ਸਾਡਾ ਮਾਲ ਉਸੇ ਦਿਨ ਫੌਰਨ ਰਵਾਨਾ ਕਰ ਦਿੱਤਾ ਜਾਵੇਗਾ। ਦੂਜੇ ਸ਼ਬਦਾਂ ਵਿੱਚ ਜਿਸ ਗੱਲ ਲਈ ਸਾਡੀ ਸਭ ਤੋਂ ਜ਼ਿਆਦਾ ਰੁਚੀ ਸੀ ਉਸ ਨੂੰ ਸਭ ਤੋਂ ਬਾਅਦ ਵਿੱਚ ਲਿਖਿਆ ਗਿਆ। ਇਸ ਲਈ ਖੱਤ ਦਾ ਪ੍ਰਭਾਵ ਪੋਜ਼ਿਟਿਵ ਹੋਣ ਦੀ ਬਜਾਏ ਨੈਗੇਟਿਵ ਹੋ ਗਿਆ। ਚਲੋ ਦੇਖਦੇ ਹਾਂ ਇਸ ਪੱਤਰ ਵਿੱਚ ਹੇਰ-ਫੇਰ ਕਰਕੇ ਅਸੀਂ ਇਸ ਨੂੰ ਕਿਵੇਂ ਸੁਧਾਰ ਸਕਦੇ ਹਾਂ। ਅਸੀਂ ਆਪਣੀਆਂ ਸਮੱਸਿਆਵਾਂ ਬਾਰੇ ਗੱਲ ਕਰਨ ਵਿੱਚ 1 ਮਿੰਟ ਵੀ ਬਰਬਾਦ ਨਹੀਂ ਕਰਾਂਗੇ। ਅਸੀਂ ਹੈਨਰੀ ਫੋਰਡ ਦੀ ਦਿੱਤੀ ਹੋਈ ਹਦਾਇਤ ਨੂੰ ਹਮੇਸ਼ਾ ਧਿਆਨ ਵਿੱਚ ਰੱਖਾਂਗੇ ਕਿ ਅਸੀਂ ਆਪਣੇ ਸਾਹਮਣੇ ਵਾਲੇ ਦਾ ਨਜ਼ਰੀਆ ਸਮਝੀਏ। ਅਸੀਂ ਕਿਸੇ ਘਟਨਾ ਨੂੰ ਆਪਣੇ ਨਜ਼ਰੀਏ ਨਾਲੋਂ ਨਾਲ ਸਾਹਮਣੇ ਵਾਲੇ ਦੇ ਨਜ਼ਰੀਏ ਨਾਲ ਵੀ ਦੇਖੀਏ। ਇਸ ਖੱਤ ਨੂੰ ਰਿਵਾਈਜ਼ ਕਰਨ ਦਾ ਇੱਕ ਤਰੀਕਾ ਇਹ ਵੀ ਹੋ ਸਕਦਾ ਹੈ,
ਹੋ ਸਕਦਾ ਕਿ ਇਹ ਵਧੀਆ ਤਰੀਕਾ ਨਾ ਹੋਵੇ, ਪਰੰਤੂ ਕੀ ਇਹ ਪਹਿਲਾਂ ਵਾਲੇ ਖੱਤ ਤੋਂ ਬਿਹਤਰ ਨਹੀਂ? ਮਿਸਟਰ ਐਡਵਰਡ ਵਰਮਲਿਨ, 28 ਫਰੰਟ ਸਟਰੀਟ, ਬਰੁਕਲਿਨ, ਨਿਊਯਾਰਕ। ਪਿਆਰੇ ਮਿਸਟਰ ਵਰਮਿਲਨ, ਤੁਹਾਡੀ ਕੰਪਨੀ ਪਿਛਲੇ 14 ਵਰ੍ਹਿਆਂ ਤੋਂ ਸਾਡੀ ਵਧੀਆ ਗਾਹਕ ਹੈ। ਸੁਭਾਵਕ ਤੌਰ ਤੇ ਅਸੀਂ ਇਸ ਗੱਲ ਲਈ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇੰਨੇ ਲੰਬੇ ਸਮੇਂ ਤੋਂ ਸਾਡੇ ਗਾਹਕ ਹੋ। ਅਸੀਂ ਤੁਹਾਨੂੰ ਬਿਹਤਰ ਤੇ ਤੇਜ਼ ਸੇਵਾਵਾਂ ਦੇਣਾ ਚਾਹੁੰਦੇ ਹਾਂ, ਜਿਸ ਦੇ ਤੁਸੀਂ ਹੱਕਦਾਰ ਵੀ ਹੋ। ਪਰੰਤੂ ਸਾਨੂੰ ਅਫਸੋਸ ਹੈ ਕਿ ਜਦੋਂ ਤੁਸੀਂ ਟਰੱਕ ਸ਼ਾਮ ਨੂੰ ਦੇਰੀ ਨਾਲ ਮਾਲ ਲੈ ਕੇ ਸਾਡੇ ਕੋਲੇ ਆਉਂਦੇ ਹਨ, ਜਿਵੇਂ ਕਿ 10 ਨਵੰਬਰ ਨੂੰ ਹੋਇਆ ਸੀ, ਤਾਂ ਸਾਡੇ ਲਈ ਇਸ ਤਰ੍ਹਾਂ ਕਰਨਾ ਸੰਭਵ ਨਹੀਂ ਹੋ ਪਾਉਂਦਾ। ਇਸ ਤਰ੍ਹਾਂ ਕਿਉਂ? ਕਿਉਂਕਿ ਕਈ ਦੂਜੇ ਗਾਹਕ ਵੀ ਸ਼ਾਮ ਨੂੰ ਦੇਰ ਨਾਲ ਆਪਦਾ ਮਾਲ ਭਜਵਾਉਂਦੇ ਹਨ। ਜ਼ਾਹਰ ਹੈ ਇਸੇ ਵਜ੍ਹਾ ਨਾਲ ਇੱਥੇ ਭੀੜ ਹੋ ਜਾਂਦੀ ਹੈ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਤੁਹਾਡੇ ਟਰੱਕਾਂ ਨੂੰ ਇੱਥੇ ਜ਼ਿਆਦਾ ਦੇਰ ਤੱਕ ਬੇਵਜ੍ਹਾ ਰੁਕਣਾ ਪੈਂਦਾ ਤੇ ਇਸੇ ਕਾਰਨ ਕਈ ਵਾਰ ਤਾਂ ਤੁਹਾਡਾ ਮਾਲ ਵੀ ਦੇਰੀ ਨਾਲ ਪਹੁੰਚਦਾ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤੇ ਇਸ ਤੋਂ ਬਚਿਆ ਜਾ ਸਕਦਾ। ਕਿਵੇਂ? ਜੇਕਰ ਤੁਸੀਂ ਆਪਣਾ ਮਾਲ ਜੇ ਮੁਮਕਿਨ ਹੋਵੇ ਤਾਂ ਸਵੇਰ ਵੇਲੇ ਪਹੁੰਚਾ ਦਿਓ, ਤਾਂ ਜੋ ਤੁਹਾਡੇ ਟਰੱਕ ਛੇਤੀ ਖਾਲੀ ਹੋ ਸਕਣ। ਤੁਹਾਡਾ ਮਾਲ ਬਿਨਾਂ ਦੇਰੀ ਦੇ ਸਮੇਂ ਉੱਪਰ ਪਹੁੰਚੇਗਾ। ਸਾਡੇ ਵਰਕਰ ਤੁਹਾਡੇ ਬਣਾਏ ਹੋਏ ਮਕਰੋਨੀ ਤੇ ਨੂਡਲਸ ਦਾ ਬਿਹਤਰੀਨ ਡਿਨਰ ਲੈਣ ਲਈ ਘਰ ਛੇਤੀ ਪਹੁੰਚਣਗੇ। ਇਸ ਤਰ੍ਹਾਂ ਨਾਲ ਤੁਹਾਡਾ ਮਾਲ ਕਦੇ ਵੀ ਆਵੇ, ਸਾਨੂੰ ਤੁਹਾਨੂੰ ਫੌਰਨ ਸੇਵਾ ਦੇਣ ਵਿੱਚ ਖੁਸ਼ੀ ਹੋਵੇਗੀ। ਤੁਹਾਡਾ JB ਸੁਪਰਡੈਂਟ। ਨਿਊਯਾਰਕ ਦੀ ਇੱਕ ਬੈਂਕ ਵਿੱਚ ਕੰਮ ਕਰਨ ਵਾਲੀ ਬਾਰਬਰਾ ਐਂਡਰਸਨ ਆਪਣੇ ਬੱਚੇ ਦੀ ਸਿਹਤ ਸੰਬੰਧੀ ਕਾਰਨਾਂ ਕਰਕੇ ਫੀਨਿਕਸ, ਐਰੀਜ਼ੋਨਾ ਵਿੱਚ ਰਹਿਣਾ ਚਾਹੁੰਦੀ ਸੀ। ਸਾਡੇ ਕੋਰਸ ਵਿੱਚ ਸਿੱਖੇ ਗਏ ਸਿਧਾਂਤਾਂ ਦਾ ਪ੍ਰਯੋਗ ਕਰਦੇ ਹੋਏ ਉਸਨੇ ਫੀਨਿਕਸ ਦੇ ਬਾਰਹਾ ਬੈਂਕ ਨੂੰ ਇਹ ਖੱਤ ਲਿਖਿਆ। ਡੀਅਰ ਸਰ, ਤੁਹਾਡੀ ਤੇਜ਼ੀ ਨਾਲ ਵਧਦੀ ਹੋਈ ਬੈਂਕ ਲਈ ਮੇਰਾ 10 ਸਾਲ ਦਾ ਅਨੁਭਵ ਕਾਫੀ ਕੰਮ ਦਾ ਹੋ ਸਕਦਾ ਹੈ। ਨਿਊਯਾਰਕ ਦੀ ਬੈਂਕਰਸ ਟਰਸਟ ਕੰਪਨੀ ਵਿੱਚ ਬ੍ਰਾਂਚ ਮੈਨੇਜਰ ਦੇ ਵਰਤਮਾਨ ਅਹੁਦੇ ਤੱਕ ਆਉਂਦੇ ਮੈਂ ਕਈ ਅਹੁਦਿਆਂ ਤੇ ਕੰਮ ਕਰ ਚੁੱਕੀ ਹਾਂ। ਮੈਂ ਬੈਂਕਿੰਗ ਦੇ ਸਾਰੇ ਪਹਿਲੂਆਂ ਦੇ ਕੰਮ, ਜਿਵੇਂ ਕ੍ਰੈਡਿਟ, ਲੋਨ, ਟੈਲਰ ਤੇ ਪ੍ਰਬੰਧਕੀ ਕਾਰਜਾਂ ਨੂੰ ਚੰਗੀ ਤਰ੍ਹਾਂ ਸਿੱਖ ਚੁੱਕੀ ਹਾਂ। ਮੈਂ ਮਈ ਵਿੱਚ ਫੀਨਿਕਸ ਅੰਦਰ ਰਹਿਣ ਲਈ ਆ ਰਹੀ ਹਾਂ ਤੇ ਮੈਨੂੰ ਵਿਸ਼ਵਾਸ ਹੈ ਕਿ ਮੈਂ ਤੁਹਾਡੇ ਬੈਂਕ ਨੂੰ ਵਿਕਸਿਤ ਤੇ ਫਾਇਦਾ ਪਹੁੰਚਾਉਣ ਲਈ ਆਪਦਾ ਯੋਗਦਾਨ ਦੇ ਸਕਦੀ ਹਾਂ। ਮੈਂ 3 ਅਪ੍ਰੈਲ ਵਾਲੇ ਹਫ਼ਤੇ ਵਿੱਚ ਫੀਨਿਕਸ ਵਿਖੇ ਰਹਾਂਗੀ। ਮੈਂ ਤੁਹਾਨੂੰ ਇਹ ਦਿਖਾਉਣਾ ਚਾਹਾਂਗੀ ਕਿ ਮੈਂ ਕਿਵੇਂ ਤੁਹਾਡੇ ਬੈਂਕ ਦੇ ਟੀਚਿਆਂ ਨੂੰ ਹਾਸਲ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੀ ਹਾਂ। ਧੰਨਵਾਦ। ਬਾਰਬਰਾ ਐਲ ਐਂਡਰਸਨ। ਤੁਹਾਨੂੰ ਕੀ ਲੱਗਦਾ ਮਿਸਿਜ਼ ਐਂਡਰਸਨ ਨੂੰ ਇਸ ਖੱਤ ਦਾ ਜਵਾਬ ਮਿਲਿਆ ਹੋਵੇਗਾ? 12 ਵਿੱਚੋਂ 11 ਬੈਂਕਾਂ ਨੇ ਉਹਨਾਂ ਨੂੰ ਇੰਟਰਵਿਊ ਲਈ ਲੈਟਰ ਭੇਜਿਆ ਤੇ ਉਹਨਾਂ ਦੇ ਕੋਲੇ ਵਿਕਲਪ ਸੀ ਕਿ ਉਹ ਨੌਕਰੀ ਲਈ ਆਪਣੀ ਪਸੰਦ ਦਾ ਬੈਂਕ ਚੁਣ ਸਕਣ। ਕਿਉਂ? ਕਿਉਂਕਿ ਮਿਸਿਜ਼ ਐਂਡਰਸਨ ਨੇ ਇਹ ਨਹੀਂ ਸੀ ਦੱਸਿਆ ਕਿ ਉਹ ਕੀ ਚਾਹੁੰਦੀ, ਬਲਕਿ ਆਪਣੇ ਖੱਤ ਰਾਹੀਂ ਉਹਨਾਂ ਨੇ ਲਿਖਿਆ ਸੀ ਕਿ ਉਹ ਕਿਵੇਂ ਉਹਨਾਂ ਦੀ ਮਦਦ ਕਰ ਸਕਦੀ ਹੈ ਤੇ ਉਹਨਾਂ ਨੇ ਆਪਣਾ ਸਾਰਾ ਧਿਆਨ ਉਹਨਾਂ ਦੀਆਂ ਆਸ਼ਾਵਾਂ ਉੱਤੇ ਲਾਇਆ ਸੀ, ਆਪਣੀਆਂ ਆਸ਼ਾਵਾਂ ਉੱਤੇ ਨਹੀਂ। ਹਜ਼ਾਰਾਂ ਸੇਲਸਮੈਨ ਅੱਜ ਫੁੱਟਪਾਥ ਉੱਤੇ ਨਿਰਾਸ਼, ਹਤਾਸ਼, ਥੱਕੇ ਹੋਏ ਘੁੰਮਦੇ ਹਨ। ਕਿਉਂ? ਕਿਉਂਕਿ ਉਹ ਹਮੇਸ਼ਾ ਇਹੀ ਸੋਚਦੇ ਨੇ ਕਿ ਉਹਨਾਂ ਨੂੰ ਕਿਸ ਚੀਜ਼ ਦੀ ਲੋੜ ਹੈ। ਉਹ ਕਦੇ ਇਹ ਨਹੀਂ ਸੋਚਦੇ ਕਿ ਤੁਸੀਂ ਜਾਂ ਮੈਂ ਕੋਈ ਚੀਜ਼ ਖਰੀਦਣਾ ਹੀ ਨਹੀਂ ਚਾਹੁੰਦੇ, ਪਰੰਤੂ ਅਸੀਂ ਦੋਵੇਂ ਹੀ ਆਪਣੀਆਂ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਹਮੇਸ਼ਾ ਰੁਚੀ ਰੱਖਦੇ ਹਾਂ। ਜੇਕਰ ਸੇਲਜ਼ਮੈਨ ਸਾਨੂੰ ਇਹ ਦੱਸਣ ਕਿ ਉਹਨਾਂ ਦੀਆਂ ਸੇਵਾਵਾਂ ਜਾਂ ਮਾਲ ਨਾਲ ਸਾਡੀ ਸਮੱਸਿਆਵਾਂ ਕਿਵੇਂ ਸੁਲਝ ਸਕਦੀਆਂ, ਤੇ ਉਹਨਾਂ ਨੂੰ ਆਪਣਾ ਮਾਲ ਵੇਚਣ ਦੀ ਜ਼ਰੂਰਤ ਹੀ ਨਹੀਂ, ਅਸੀਂ ਆਪਣੇ ਆਪ ਉਹਨਾਂ ਦਾ ਸਮਾਨ ਖਰੀਦਾਂਗੇ। ਤੇ ਗਾਹਕਾਂ ਨੂੰ ਇਹ ਨਹੀਂ ਲੱਗਣਾ ਚਾਹੀਦਾ ਕਿ ਉਹਨਾਂ ਨੂੰ ਸਮਾਨ ਵੇਚਿਆ ਜਾ ਰਿਹਾ, ਬਲਕਿ ਉਹਨਾਂ ਨੂੰ ਇਹ ਲੱਗਣਾ ਚਾਹੀਦਾ ਹੈ ਕਿ ਉਹ ਸਮਾਨ ਖਰੀਦ ਰਹੇ ਹਨ। ਫਿਰ ਵੀ ਬਹੁਤੇ ਸੇਲਜ਼ਮੈਨ ਸਾਰੀ ਜ਼ਿੰਦਗੀ ਗ੍ਰਾਹਕਾਂ ਦੇ ਨਜ਼ਰੀਏ ਨਾਲ ਸਥਿਤੀ ਨੂੰ ਦੇਖ ਨਹੀਂ ਪਾਉਂਦੇ। ਇੱਕ ਉਦਾਹਰਨ ਲਓ, ਮੈਂ ਕਈ ਸਾਲ ਫੋਰੈਸਟ ਹਿਲਜ਼ ਵਿਖੇ ਰਿਹਾ, ਜਿਹੜਾ ਗ੍ਰੇਟਰ ਨਿਊਯਾਰਕ ਦੇ ਕੇਂਦਰ ਵਿਖੇ ਨਿੱਜੀ ਮਕਾਨਾਂ ਦੀ ਇੱਕ ਛੋਟੀ ਜਿਹੀ ਕਲੋਨੀ ਸੀ। ਇੱਕ ਦਿਨ ਜਦੋਂ ਮੈਂ ਸਟੇਸ਼ਨ ਵੱਲ ਤੇਜ਼ੀ ਨਾਲ ਜਾ ਰਿਹਾ ਸੀ ਤਾਂ ਮੇਰੀ ਮੁਲਾਕਾਤ ਇੱਕ ਰੀਅਲ estate ਆਪਰੇਟਰ ਨਾਲ ਹੋਈ, ਜਿਹੜਾ ਕਿ ਉਸ ਇਲਾਕੇ ਵਿੱਚ ਕਈ ਸਾਲਾਂ ਤੋਂ ਪ੍ਰਾਪਰਟੀ ਖਰੀਦਣ ਤੇ ਵੇਚਣ ਦਾ ਕੰਮ ਕਰਦਾ ਸੀ। ਉਸ ਨੂੰ ਫੋਰੈਸਟ ਹਿਲਜ਼ ਦੀ ਚੰਗੀ ਜਾਣਕਾਰੀ ਸੀ, ਇਸ ਲਈ ਮੈਂ ਉਸ ਕੋਲੋਂ ਛੇਤੀ ਦੇ ਕੇ ਪੁੱਛਿਆ ਕਿ ਮੇਰਾ ਇਸਟਕੂ ਘਰ ਕਿਸ ਚੀਜ਼ ਨਾਲ ਬਣਿਆ, ਮੈਟਲ ਲੈਥ ਜਾਂ ਹਾਲੋ ਟਾਇਲਾਂ ਨਾਲ। ਉਸਨੇ ਕਿਹਾ ਉਸਨੂੰ ਨਹੀਂ ਪਤਾ, ਤੇ ਉਸਨੇ ਮੈਨੂੰ ਇੱਕ ਇਹੋ ਜਿਹੀ ਗੱਲ ਦੱਸੀ ਜਿਹੜੀ ਮੈਂ ਪਹਿਲਾਂ ਤੋਂ ਹੀ ਜਾਣਦਾ ਸੀ ਕਿ ਮੈਂ ਇਹ ਜਾਣਕਾਰੀ ਫੋਰੈਸਟ ਹਿਲਜ਼ ਗਾਰਡਨ ਐਸੋਸੀਏਸ਼ਨ ਤੋਂ ਲੈ ਸਕਦਾ। ਅਗਲੀ ਸਵੇਰ ਮੈਨੂੰ ਉਸਦਾ ਖੱਤ ਮਿਲਿਆ ਕਿ ਉਸਨੇ ਖੱਤ ਅੰਦਰ ਮੇਰੇ ਵੱਲੋਂ ਚਾਹੀ ਗਈ ਜਾਣਕਾਰੀ ਦਿੱਤੀ। ਉਸਨੂੰ ਉਹ ਜਾਣਕਾਰੀ ਟੈਲੀਫੋਨ ਰਾਹੀਂ 1 ਮਿੰਟ ਵਿੱਚ ਮਿਲ ਸਕਦੀ ਸੀ, ਪਰੰਤੂ ਉਸਨੇ ਇੰਨਾ ਕਸ਼ਟ ਵੀ ਨਹੀਂ ਕੀਤਾ। ਉਸਨੇ ਮੈਨੂੰ ਇੱਕ ਵਾਰੀ ਫੇਰ ਦੱਸਿਆ ਕਿ ਮੈਂ ਟੈਲੀਫੋਨ ਰਾਹੀਂ ਇਹ ਜਾਣਕਾਰੀ ਲੈ ਸਕਦਾ ਹਾਂ। ਇਸ ਤੋਂ ਬਾਅਦ ਉਸਨੇ ਇਹ ਗੁਜ਼ਾਰਿਸ਼ ਕੀਤੀ ਕਿ ਮੈਂ ਉਸ ਕੋਲੋਂ ਆਪਣਾ ਬੀਮਾ ਕਰਾ ਲਿਆ। ਮੇਰੀ ਮਦਦ ਕਰਨ ਵਿੱਚ ਉਸਦੀ ਕੋਈ ਦਿਲਚਸਪੀ ਨਹੀਂ ਸੀ, ਉਹ ਕੇਵਲ ਆਪਣੇ ਆਪ ਦੀ ਮਦਦ ਕਰਨ ਵਿੱਚ ਦਿਲਚਸਪੀ ਲੈ ਰਿਹਾ ਸੀ। ਬਰਮਿੰਘਮ, ਅਲਾਬਾਮਾ ਦੇ ਜੇ ਹਾਵਰਡ ਲਿਊਕਸ ਨੇ ਸਾਨੂੰ ਇੱਕੋ ਹੀ ਕੰਪਨੀ ਦੇ 2 ਸੇਲਜ਼ਮੈਨਾਂ ਬਾਰੇ ਦੱਸਿਆ, ਜਿਨ੍ਹਾਂ ਨੇ ਇੱਕੋ ਤਰ੍ਹਾਂ ਦੀ ਸਥਿਤੀ ਵਿੱਚ ਵੱਖ-ਵੱਖ ਤਰ੍ਹਾਂ ਨਾਲ ਕੰਮ ਕੀਤਾ। ਕਈ ਸਾਲ ਪਹਿਲਾਂ ਮੈਂ ਇੱਕ ਛੋਟੀ ਜਿਹੀ ਕੰਪਨੀ ਦੀ ਮੈਨੇਜਮੈਂਟ ਟੀਮ ਦੇ ਅੰਦਰ ਸੀ। ਸਾਡੇ ਆਫਿਸ ਦੇ ਕੋਲ ਇੱਕ ਵੱਡੀ ਬੀਮਾ ਕੰਪਨੀ ਦੇ ਡਿਸਟ੍ਰਿਕਟ ਹੈੱਡਕੁਆਰਟਰ ਸੀ। ਉਹਨਾਂ ਦੇ ਏਜੰਟਾਂ ਨੂੰ ਇਲਾਕੇ ਦੇ ਵੰਡ ਦਿੱਤੇ ਗਏ ਤੇ ਸਾਡੀ ਕੰਪਨੀ 2 ਏਜੰਟਾਂ ਦੇ ਹਿੱਸਿਆਂ ਵਿੱਚ ਆਈ, ਜਿਨ੍ਹਾਂ ਨੂੰ ਮੈਂ ਕਾਰਲ ਤੇ ਜਾਨ ਦਾ ਨਾਮ ਦੇਣਾ ਚਾਹਾਂਗਾ। ਇੱਕ ਸਵੇਰੇ ਕਾਲ ਸਾਡੇ ਆਫਿਸ ਵਿੱਚ ਆਇਆ
ਤੇ ਉਸਨੇ ਗੱਲਾਂ-ਗੱਲਾਂ ਵਿੱਚ ਜ਼ਿਕਰ ਕੀਤਾ ਕਿ ਉਸਦੀ ਕੰਪਨੀ ਐਗਜ਼ੀਕਿਊਟਿਵਜ਼ ਲਈ ਹਾਲ ਹੀ ਅੰਦਰ ਇੱਕ ਨਵੀਂ ਬੀਮਾ ਪਾਲਿਸੀ ਸ਼ੁਰੂ ਕੀਤੀ ਹੈ, ਜਿਸ ਵਿੱਚ ਸਾਡੀ ਬਾਅਦ ਵਿੱਚ ਦਿਲਚਸਪੀ ਹੋ ਸਕਦੀ ਹੈ ਤੇ ਜਦੋਂ ਪਾਲਿਸੀ ਦੇ ਸਾਰੇ ਡਿਟੇਲਸ ਆ ਜਾਣਗੇ ਉਹ ਸਾਡੇ ਕੋਲ ਆਵੇਗਾ। ਉਸੇ ਦਿਨ ਜੌਨ ਨੇ ਸਾਨੂੰ ਕੌਫੀ ਬ੍ਰੇਕ ਤੋਂ ਬਾਅਦ ਫੁੱਟਪਾਥ ਉੱਤੇ ਮੁੜਦਿਆਂ ਦੇਖਿਆ। ਉਸਨੇ ਚੀਕ ਕੇ ਕਿਹਾ, ਲਿਊਕ ਜਰਾ ਠਹਿਰੋ, ਮੇਰੇ ਕੋਲ ਤੁਹਾਡੇ ਲੋਕਾਂ ਲਈ ਇੱਕ ਬਹੁਤ ਵਧੀਆ ਖਬਰ ਹੈ। ਉਸਨੇ ਛੇਤੀ ਵਿੱਚ ਤੇ ਇੱਕ ਬਹੁਤ ਰੋਮਾਂਚਿਤ ਹੋ ਕੇ ਸਾਨੂੰ ਦੱਸਿਆ ਕਿ ਉਸੇ ਦਿਨ ਉਸਦੀ ਕੰਪਨੀ ਨੇ ਇੱਕ ਬਿਹਤਰੀਨ ਪਾਲਿਸੀ ਸ਼ੁਰੂ ਕੀਤੀ ਹੈ। ਇਹ ਪਾਲਿਸੀ ਦਾ ਜ਼ਿਕਰ ਕਾਲ ਨੇ ਹਲਕੇ ਫੁਲਕੇ ਢੰਗ ਨਾਲ ਕੀਤਾ ਸੀ। ਜੌਨ ਨੇ ਕਿਹਾ, ਕਿਉਂ ਨਾ ਅਸੀਂ ਸਾਰੇ ਇਸ ਦੇ ਪਹਿਲੇ ਗਾਹਕ ਬਣੀਏ। ਉਸਨੇ ਸਾਨੂੰ ਕਵਰੇਜ ਬਾਰੇ ਕੁਝ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ ਤੇ ਆਪਣੀ ਗੱਲ ਇਹ ਕਹਿੰਦੇ ਹੋਏ ਖਤਮ ਕੀਤੀ ਕਿ ਇਹ ਪਾਲਿਸੀ ਇੰਨੀ ਨਵੀਂ ਹੈ ਕਿ ਮੈਂ ਆਪਣੇ ਆਫਿਸ ਤੋਂ ਪੂਰੀ ਜਾਣਕਾਰੀ ਕੱਲ੍ਹ ਹੀ ਲੈ ਲਵਾਂਗਾ। ਇਸ ਦਰਮਿਆਨ ਅਸੀਂ ਰਸਮੀ ਤੌਰ ਤੇ ਸਭ ਕੁਝ ਪੂਰਾ ਕਰ ਲਈਏ ਤੇ ਆਪਣੀਆਂ ਐਪਲੀਕੇਸ਼ਨਾਂ ਤੇ ਦਸਤਖਤ ਕਰਕੇ ਉਸ ਨੂੰ ਭਿਜਵਾ ਦਿਆਂ ਤੇ ਆਪਣੀਆਂ ਐਪਲੀਕੇਸ਼ਨਾਂ ਤੇ ਦਸਤਖਤ ਕਰਕੇ ਮੈਨੂੰ ਭੇਜੋ ਤਾਂ ਜੋ ਮੈਂ ਕੰਪਨੀ ਨੂੰ ਨਿੱਜੀ ਤੌਰ ਤੇ ਪੂਰੀ ਜਾਣਕਾਰੀ ਦੇ ਸਕਾਂ। ਉਸਦੇ ਉਤਸ਼ਾਹ ਤੇ ਰੋਮਾਂਚ ਨਾਲ ਅਸੀਂ ਵੀ ਉਤਸ਼ਾਹਿਤ ਹੋ ਗਏ। ਹਾਲਾਂਕਿ ਸਾਡੇ ਕੋਲੇ ਪਾਲਿਸੀ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ। ਜਦੋਂ ਸਾਨੂੰ ਪੂਰੀ ਜਾਣਕਾਰੀ ਮਿਲੀ ਤਾਂ ਉਹ ਜੌਨ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਸਮਾਨ ਹੀ ਸੀ ਤੇ ਇਸ ਦਾ ਨਤੀਜਾ ਇਹ ਹੋਇਆ, ਜੌਨ ਨੇ ਨਾ ਸਿਰਫ ਸਾਡੇ ਵਿੱਚੋਂ ਹਰ ਇੱਕ ਨੂੰ ਪਾਲਿਸੀ ਵੇਚ ਦਿੱਤੀ ਬਲਕਿ ਬਾਅਦ ਵਿੱਚ ਸਾਡਾ ਕਵਰੇਜ ਵੀ ਦੁੱਗਣਾ ਕਰਾ ਦਿੱਤਾ। ਕਾਲ ਵੀ ਸਾਨੂੰ ਪਾਲਿਸੀ ਵੇਚ ਸਕਦਾ ਸੀ, ਪਰੰਤੂ ਉਸਨੇ ਸਾਨੂੰ ਇਹਨਾਂ ਪਾਲਿਸੀਆਂ ਪ੍ਰਤੀ ਇੱਛਾ ਜਗਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਦੁਨੀਆ ਅੰਦਰ ਇਹੋ ਜਿਹੇ ਲੋਕ ਭਰੇ ਪਏ ਨੇ ਜਿਹੜੇ ਸਵਾਰਥੀ ਹਨ ਤੇ ਖੁਦ ਦਾ ਭਲਾ ਕਰਨਾ ਚਾਹੁੰਦੇ ਨੇ। ਇਸੇ ਵਜ੍ਹਾ ਨਾਲ ਉਸ ਵਿਰਲੇ ਵਿਅਕਤੀ ਨੂੰ ਬਹੁਤ ਫਾਇਦਾ ਹੁੰਦਾ ਹੈ ਜਿਹੜਾ ਨਿਰਸਵਾਰਥ ਭਾਵ ਨਾਲ ਦੂਜਿਆਂ ਦੀ ਮਦਦ ਕਰਨਾ ਚਾਹੁੰਦਾ ਹੈ। ਉਸ ਦੇ ਬਹੁਤ ਘੱਟ ਪ੍ਰਤੀਯੋਗੀ ਹੁੰਦੇ ਨੇ। ਪ੍ਰਸਿੱਧ ਵਕੀਲ ਤੇ ਅਮਰੀਕਾ ਦੇ ਮਹਾਨ ਬਿਜ਼ਨਸ ਲੀਡਰ ਓਵੇਨ ਡੀ ਯੰਗ ਨੇ ਇੱਕ ਵਾਰ ਕਿਹਾ ਸੀ, ਜਿਹੜੇ ਲੋਕ ਆਪਣੇ ਆਪ ਨੂੰ ਦੂਜਿਆਂ ਦੀ ਥਾਂ ਤੇ ਰੱਖ ਸਕਦੇ ਹਨ, ਜਿਹੜੇ ਉਹਨਾਂ ਦੇ ਦਿਮਾਗ ਦੇ ਕੰਮ ਕਰਨ ਦੀ ਪ੍ਰਕਿਰਿਆ ਨੂੰ ਸਮਝ ਸਕਦੇ ਹਨ, ਉਹਨਾਂ ਨੂੰ ਇਸ ਗੱਲ ਦੀ ਚਿੰਤਾ ਕਰਨ ਦੀ ਕਦੇ ਲੋੜ ਨਹੀਂ ਹੋਣੀ ਚਾਹੀਦੀ ਕਿ ਉਹਨਾਂ ਦਾ ਭਵਿੱਖ ਕਿਹੋ ਜਿਹਾ ਹੋਵੇਗਾ। ਜੇਕਰ ਤੁਸੀਂ ਇਸ ਪੁਸਤਕ ਨਾਲ ਸਿਰਫ ਇਹੀ ਗੱਲ ਸਿੱਖ ਲਓ ਕਿ ਕਿਸ ਤਰ੍ਹਾਂ ਦੂਜੇ ਵਿਅਕਤੀ ਦੇ ਨਜ਼ਰੀਏ ਨਾਲ ਸੋਚਿਆ ਜਾਵੇ ਤੇ ਸਥਿਤੀ ਨੂੰ ਦੂਜਿਆਂ ਦੇ ਨਜ਼ਰੀਏ ਨਾਲ ਦੇਖਿਆ ਜਾਵੇ, ਤਾਂ ਇਹ ਤੁਹਾਡੇ ਕਰੀਅਰ ਦੀ ਪ੍ਰਗਤੀ ਵਿੱਚ ਨੀਂਹ ਦਾ ਪੱਥਰ ਸਾਬਤ ਹੋ ਸਕਦੀ ਹੈ। ਦੂਜੇ ਵਿਅਕਤੀ ਦੇ ਨਜ਼ਰੀਏ ਨਾਲ ਸਥਿਤੀ ਨੂੰ ਦੇਖਣ, ਉਸ ਅੰਦਰ ਇੱਛਾ ਜਗਾਉਣ ਦਾ ਇਹ ਮਤਲਬ ਨਹੀਂ ਕਿ ਤੁਸੀਂ ਸਾਹਮਣੇ ਵਾਲੇ ਦਾ ਸ਼ੋਸ਼ਣ ਕਰਨਾ ਚਾਹੁੰਦੇ ਹੋ ਤੇ ਉਸ ਕੋਲੋਂ ਇਹੋ ਜਿਹੇ ਕੰਮ ਕਰਾਉਣਾ ਚਾਹੁੰਦੇ ਹੋ ਜਿਸ ਨਾਲ ਉਸ ਨੂੰ ਨੁਕਸਾਨ ਹੋਵੇ ਤੇ ਤੁਹਾਨੂੰ ਫਾਇਦਾ। ਇਸ ਨਾਲ ਦੋਨਾਂ ਨੂੰ ਫਾਇਦਾ ਹੋਣਾ ਚਾਹੀਦਾ ਹੈ। ਮਿਸਟਰ ਵਰਮਨੀ ਨੂੰ ਲਿਖੇ ਖੱਤ ਅੰਦਰ ਦਿੱਤੇ ਗਏ ਸੁਝਾਵਾਂ ਉੱਤੇ ਅਮਲ ਕਰਨ ਨਾਲ ਖੱਤ ਭੇਜਣ ਵਾਲੇ ਤੇ ਪਾਉਣ ਵਾਲੇ ਦੋਨਾਂ ਨੂੰ ਫਾਇਦਾ ਹੋਇਆ। ਬੈਂਕ ਅਤੇ ਮਿਸਿਜ਼ ਐਂਡਰਸਨ ਦੋਨਾਂ ਨੂੰ ਹੀ ਉਸ ਖੱਤ ਨਾਲ ਫਾਇਦਾ ਹੋਇਆ, ਕਿਉਂਕਿ ਬੈਂਕ ਨੂੰ ਇੱਕ ਵਧੀਆ ਵਰਕਰ ਮਿਲ ਗਿਆ ਤੇ ਮਿਸਿਜ਼ ਐਂਡਰਸਨ ਨੂੰ ਇੱਕ ਚੰਗੀ ਨੌਕਰੀ ਮਿਲ ਗਈ। ਅਤੇ ਬੀਮੇ ਦੀ ਮਿਸਾਲ ਵਿੱਚ ਵੀ ਜੌਨ ਨੂੰ ਮਿਸਟਰ ਲਿਊਕਸ ਦੇ ਬੀਮੇ ਦਾ ਕਮਿਸ਼ਨ ਮਿਲਿਆ ਤੇ ਮਿਸਟਰ ਲਿਊਕਸ ਨੂੰ ਇੱਕ ਵਧੀਆ ਬੀਮਾ ਪਾਲਿਸੀ ਮਿਲ ਗਈ। ਦੂਜੇ ਵਿਅਕਤੀ ਵਿੱਚ ਕੰਮ ਕਰਨ ਦੀ ਇੱਛਾ ਜਗਾਉਣ ਦਾ ਅਤੇ ਦੋਨਾਂ ਪੱਖਾਂ ਨੂੰ ਫਾਇਦਾ ਪਹੁੰਚਾਉਣ ਦਾ ਹੋਰ ਉਦਾਹਰਨ ਸਾਨੂੰ ਸ਼ੈਲ ਆਇਲ ਕੰਪਨੀ ਦੇ ਮਾਈਕਲ ਈ ਵੀਡਨ ਦੇ ਅਨੁਭਵ ਨਾਲ ਮਿਲਦਾ ਹੈ। ਮਾਈਕਲ ਵਾਰਵਿਕ ਰੋਡ ਆਈਲੈਂਡ ਵਿਖੇ ਇਸ ਕੰਪਨੀ ਦਾ ਟੈਰੀਟਰੀ ਸੇਲਜ਼ਮੈਨ ਹੈ। ਮਾਈਕ ਆਪਣੇ ਜ਼ਿਲ੍ਹੇ ਦਾ ਨੰਬਰ 1 ਸੇਲਜ਼ਮੈਨ ਬਣਨਾ ਚਾਹੁੰਦਾ ਸੀ, ਪਰੰਤੂ ਇੱਕ ਸਰਵਿਸ ਸਟੇਸ਼ਨ ਦੇ ਕਾਰਨ ਉਹ ਨੰਬਰ 1 ਸੇਲਜ਼ਮੈਨ ਨਹੀਂ ਸੀ ਬਣ ਪਾ ਰਿਹਾ। ਇਸ ਸਟੇਸ਼ਨ ਦਾ ਮਾਲਕ ਬਜ਼ੁਰਗ ਸੀ ਤੇ ਉਹ ਇਸ ਦਾ ਨਵੀਨੀਕਰਨ ਕਰਨ ਲਈ ਰਾਜੀ ਨਹੀਂ ਸੀ ਹੋ ਰਿਹਾ। ਉਸ ਸਟੇਸ਼ਨ ਦੀ ਹਾਲਤ ਬਹੁਤ ਖਰਾਬ ਸੀ ਤੇ ਇਸੇ ਲਈ ਉੱਥੇ ਵਿਕਰੀ ਲਗਾਤਾਰ ਘਟਦੀ ਜਾ ਰਹੀ ਸੀ। ਸਟੇਸ਼ਨ ਦੀ ਰੈਨੋਵੇਸ਼ਨ ਬਾਰੇ ਮਾਈਕ ਦੀਆਂ ਰਜੂਈਆਂ ਨੂੰ ਮੈਨੇਜਰ ਅਣਸੁਣਿਆ ਕਰ ਦਿੰਦਾ ਸੀ। ਕਈ ਯਤਨਾਂ ਅਤੇ ਲੰਮੀਆਂ ਗੱਲਾਂ ਬਾਤਾਂ ਬਾਅਦ, ਜਿਨ੍ਹਾਂ ਦਾ ਕੋਈ ਫਾਇਦਾ ਨਹੀਂ ਸੀ ਹੋਇਆ, ਮਾਈਕ ਨੇ ਇਹ ਫੈਸਲਾ ਲਿਆ ਕਿ ਉਹ ਮੈਨੇਜਰ ਨੂੰ ਆਪਣੇ ਇਲਾਕੇ ਦਾ ਸਭ ਤੋਂ ਨਵਾਂ ਸ਼ੈਲ ਸਟੇਸ਼ਨ ਦਿਖਾਏਗਾ। ਮੈਨੇਜਰ ਨਵੇਂ ਸ਼ੈਲ ਸਟੇਸ਼ਨ ਦੀਆਂ ਸਰਵਿਸਿਜ਼ ਨਾਲ ਬੜਾ ਪ੍ਰਭਾਵਿਤ ਹੋਇਆ ਤੇ ਜਦੋਂ ਮਾਈਕ ਅਗਲੀ ਵਾਰ ਉਸ ਨੂੰ ਮਿਲਣ ਗਿਆ, ਉਸਨੇ ਦੇਖਿਆ ਕਿ ਉਸਨੇ ਆਪਣੇ ਸਟੇਸ਼ਨ ਦੀ ਰੈਨੋਵੇਸ਼ਨ ਕਰਾ ਲਈ ਸੀ ਤੇ ਉਸ ਵਿੱਚ ਵਿਕਰੀ ਵੱਧ ਗਈ ਸੀ ਤੇ ਇਸ ਵਜ੍ਹਾ ਨਾਲ ਮਾਈਕ ਆਪਣੇ ਜ਼ਿਲ੍ਹੇ ਵਿੱਚ ਨੰਬਰ 1 ਸਪੌਟ ਤੇ ਆ ਗਿਆ। ਗੱਲਾਂ ਨਾਲ, ਚਰਚਾਵਾਂ ਨਾਲ ਕੋਈ ਫਾਇਦਾ ਨਹੀਂ ਹੋਇਆ, ਪਰ ਮੈਨੇਜਰ ਦੇ ਮਨ ਵਿੱਚ ਤੀਵਰ ਇੱਛਾ ਜਗਾਉਣ ਨਾਲ, ਉਸ ਨੂੰ ਇੱਕ ਨਵਾਂ ਆਧੁਨਿਕ ਸਟੇਸ਼ਨ ਦਿਖਾਉਣ ਨਾਲ ਉਸ ਨੂੰ ਆਪਣੇ ਨਿਸ਼ਾਨੇ ਨੂੰ ਹਾਸਲ ਕਰ ਲਿਆ ਸੀ ਤੇ ਇਸ ਨਾਲ ਮੈਨੇਜਰ ਤੇ ਮਾਈਕ ਦੋਨਾਂ ਨੂੰ ਫਾਇਦਾ ਹੋਇਆ। ਜ਼ਿਆਦਾ ਲੋਕ ਕਾਲਜ ਵਿੱਚ ਜਾਂਦੇ ਹਨ, ਉਹ ਵਰਜ਼ਿਲ ਪੜ੍ਹਨਾ ਸਿੱਖ ਲੈਂਦੇ ਹਨ ਜਾਂ ਉਹ ਕੈਲਕੂਲਸ ਦੇ ਰਹੱਸ ਜਾਣ ਲੈਂਦੇ ਹਨ, ਪਰੰਤੂ ਇਹ ਜਾਣ ਪਾਉਂਦੇ ਹਨ ਕਿ ਉਹਨਾਂ ਦਾ ਦਿਮਾਗ ਕਿਵੇਂ ਕੰਮ ਕਰਦਾ। ਉਦਾਹਰਨ ਲਈ, ਇੱਕ ਵਾਰ ਮੈਂ ਇਫੈਕਟਿਵ ਸਪੀਕਿੰਗ ਤੇ ਨੌਜਵਾਨ ਕਾਲਜ ਗ੍ਰੈਜੂਏਟਸ ਲਈ ਇੱਕ ਕੋਰਸ ਆਰਗੇਨਾਈਜ਼ ਕੀਤਾ। ਇਹ ਸਾਰੇ ਨੌਜਵਾਨ ਇੱਕ ਵੱਡੇ ਏਸੀ ਨਿਰਮਾਤਾ ਕੈਰੀਅਰ ਕਾਰਪੋਰੇਸ਼ਨ ਦੇ ਵਰਕਰ ਬਣਨ ਵਾਲੇ ਸਨ। ਇੱਕ ਵਰਕਰ ਦੂਜਿਆਂ ਕੋਲੋਂ ਇਹ ਗੱਲ ਮਨਵਾਉਣਾ ਚਾਹੁੰਦਾ ਸੀ ਕਿ ਉਹ ਖਾਲੀ ਸਮੇਂ ਅੰਦਰ ਬਾਸਕਟਬਾਲ ਖੇਲਣ। ਉਸਨੇ ਆਪਣੀ ਗੱਲ ਨੂੰ ਇਸ ਤਰ੍ਹਾਂ ਕਿਹਾ, ਮੈਂ ਚਾਹੁੰਦਾ ਹਾਂ ਕਿ ਤੁਸੀਂ ਬਾਸਕਟਬਾਲ ਖੇਲੋ। ਮੈਂ ਬਾਸਕਟਬਾਲ ਖੇਲਣਾ ਚਾਹੁੰਦਾ ਹਾਂ, ਪਰੰਤੂ ਜਦੋਂ ਵੀ ਮੈਂ ਜਿੰਮ ਜਾਂਦਾ ਹਾਂ ਮੈਨੂੰ ਉੱਥੇ ਗੇਮ ਸ਼ੁਰੂ ਕਰਨ ਲਈ ਕੋਈ ਕਾਬਲ ਲੋਕ ਨਹੀਂ ਮਿਲਦੇ। ਸਾਡੇ ਵਿੱਚੋਂ 2-3 ਲੋਕਾਂ ਨੇ ਪਿਛਲੀ ਰਾਤ ਬਾਲ ਨੂੰ ਇੱਧਰ ਉੱਧਰ ਸੁੱਟਿਆ ਸੀ। ਮੈਂ ਚਾਹੁੰਦਾ ਸੀ ਕਿ ਤੁਸੀਂ ਸਾਰੇ ਅੱਜ ਰਾਤ ਨੂੰ ਜਿੰਮ ਆਓ, ਮੈਂ ਬਾਸਕਟਬਾਲ ਖੇਲਣਾ ਚਾਹੁੰਦਾ ਹਾਂ। ਕੀ ਉਸਨੇ ਇਸ ਬਾਰੇ ਗੱਲ ਕੀਤੀ ਕਿ ਤੁਸੀਂ ਕੀ ਚਾਹੁੰਦੇ ਹੋ?
ਅਸੀਂ ਇਹੋ ਜਿਹੇ ਜਿਮਨੇਜ਼ੀਅਮ ਵਿੱਚ ਨਹੀਂ ਜਾਣਾ ਚਾਹੁੰਦੇ ਜਿੱਥੇ ਕੋਈ ਨਹੀਂ ਜਾਂਦਾ। ਤੁਹਾਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਕਿ ਉਹ ਕੀ ਚਾਹੁੰਦਾ ਹੈ? ਕੀ ਉਹ ਤੁਹਾਨੂੰ ਦੱਸ ਸਕਦਾ ਸੀ ਕਿ ਤੁਹਾਨੂੰ ਜਿਮ ਕਿਉਂ ਜਾਣਾ ਚਾਹੀਦਾ ਹੈ? ਤੁਹਾਨੂੰ ਜਿਮ ਜਾਣ ਨਾਲ ਕੀ ਫਾਇਦਾ ਮਿਲੇਗਾ? ਬਿਲਕੁਲ, ਜ਼ਿਆਦਾ ਉਤਸ਼ਾਹ, ਚੰਗੀ ਭੁੱਖ, ਜ਼ਿਆਦਾ ਤੇਜ਼ ਦਿਮਾਗ, ਆਨੰਦ, ਗੇਮਜ਼, ਬਾਸਕਟਬਾਲ। ਮੈਂ ਪ੍ਰੋਫੈਸਰ ਓਵਰਸਟਰੀਟ ਦੀ ਸਿਆਣੀ ਸਲਾਹ ਨੂੰ ਇੱਕ ਵਾਰੀ ਹੋਰ ਤੋਂ ਦੁਹਰਾਉਣਾ ਚਾਹਾਂਗਾ। ਸਭ ਤੋਂ ਪਹਿਲਾਂ ਸਾਹਮਣੇ ਵਾਲੇ ਵਿਅਕਤੀ ਵਿੱਚ ਕੰਮ ਕਰਨ ਦੀ ਪ੍ਰਬਲ ਇੱਛਾ ਜਗਾਓ। ਜੋ ਇਹ ਕਰ ਸਕਦਾ ਹੈ ਉਸ ਨਾਲ ਸਾਰੀ ਦੁਨੀਆ ਹੈ। ਜੋ ਇਹ ਨਹੀਂ ਕਰ ਸਕਦਾ ਤਾਂ ਇਹ ਦੁਖੀ ਹੀ ਰਹੇਗਾ। ਸਾਡੇ ਟ੍ਰੇਨਿੰਗ ਕੋਰਸ ਦਾ ਇੱਕ ਵਿਦਿਆਰਥੀ ਆਪਣੇ ਛੋਟੇ ਬੱਚੇ ਨੂੰ ਲੈ ਕੇ ਪਰੇਸ਼ਾਨ ਸੀ। ਬੱਚੇ ਦਾ ਵਜ਼ਨ ਘੱਟ ਸੀ ਤੇ ਉਹ ਠੀਕ ਤਰ੍ਹਾਂ ਨਾਲ ਖਾਣਾ ਨਹੀਂ ਸੀ ਖਾਂਦਾ। ਉਸਦੇ ਮਾਪਿਓ ਨੇ ਉਸੇ ਤਰੀਕੇ ਦਾ ਇਸਤੇਮਾਲ ਕੀਤਾ ਜਿਸ ਦਾ ਇਸਤੇਮਾਲ ਆਮ ਤੌਰ ਤੇ ਲੋਕੀ ਕਰਦੇ ਹਨ। ਉਹ ਉਸ ਨੂੰ ਝੜਕਦੇ ਰਹੇ ਤੇ ਉਸਦੇ ਪਿੱਛੇ ਪੈ ਗਏ। ਮੰਮੀ ਚਾਹੁੰਦੀ ਹੈ ਕਿ ਤੂੰ ਇਹ ਖਾਵੇਂ, ਪਾਪਾ ਚਾਹੁੰਦੇ ਨੇ ਕਿ ਤੂੰ ਛੇਤੀ ਵੱਡਾ ਹੋਵੇਂ। ਕੀ ਬੱਚੇ ਨੇ ਇਹਨਾਂ ਗੱਲਾਂ ਉੱਤੇ ਧਿਆਨ ਦਿੱਤਾ? ਓਨਾ ਹੀ ਜਿੰਨਾ ਤੁਸੀਂ ਰੇਤੇ ਨਾਲ ਭਰੇ ਸਮੁੰਦਰੀ ਕਿਨਾਰਾ ਉੱਤੇ ਰੇਤ ਦੇ ਇੱਕ ਕਿਣਕੇ ਵੱਲ ਧਿਆਨ ਦਿੰਦੇ ਹੋ। ਜਿਸ ਵਿੱਚ ਥੋੜ੍ਹੀ ਜਿਹੀ ਬੁੱਧੀ ਹੋਵੇਗੀ ਉਹ ਇਹ ਆਸ ਨਹੀਂ ਕਰੇਗਾ ਕਿ 3 ਸਾਲ ਦਾ ਛੋਟਾ ਜਿਹਾ ਬੱਚਾ ਆਪਣੇ 30 ਸਾਲ ਦੇ ਪਿਤਾ ਦੇ ਨਜ਼ਰੀਏ ਨੂੰ ਸਮਝ ਸਕੇਗਾ, ਪਰੰਤੂ ਉਸਦੇ ਪਿਤਾ ਉਸ ਤੋਂ ਇਹੀ ਆਸ ਕਰ ਰਹੇ ਹਨ। ਇਹ ਤਾਂ ਸਰਾਸਰ ਬੇਵਕੂਫੀ ਸੀ। ਪਰ ਆਖਰਕਾਰ ਪਿਤਾ ਨੂੰ ਆਪਦੀ ਗਲਤੀ ਦਾ ਅਹਿਸਾਸ ਹੋ ਗਿਆ। ਇਸ ਤੋਂ ਬਾਅਦ ਉਹਨਾਂ ਨੇ ਖੁਦ ਨੂੰ ਪੁੱਛਿਆ, ਬੱਚਾ ਕੀ ਚਾਹੁੰਦਾ ਹੈ? ਮੈਂ ਆਪਣੀ ਇੱਛਾ ਨੂੰ ਉਸ ਦੀ ਇੱਛਾ ਕਿਵੇਂ ਬਣਾ ਸਕਦਾ? ਜਦੋਂ ਉਸਦੇ ਪਿਤਾ ਨੇ ਇਸ ਤਰ੍ਹਾਂ ਸੋਚਣਾ ਸ਼ੁਰੂ ਕੀਤਾ ਤਾਂ ਉਹਨਾਂ ਲਈ ਸਮੱਸਿਆ ਦਾ ਹੱਲ ਲੱਭਣਾ ਸੌਖਾ ਹੋ ਗਿਆ। ਬੱਚੇ ਕੋਲੇ ਇੱਕ ਟਰਾਈਸਾਈਕਲ ਸੀ ਤੇ ਬਰੁਕਲਿਨ ਦੇ ਆਪਣੇ ਘਰ ਦੇ ਸਾਹਮਣੇ ਦੀ ਸੜਕ 'ਤੇ ਉਸਨੂੰ ਸਾਈਕਲ ਚਲਾਉਣਾ ਬਹੁਤ ਪਸੰਦ ਸੀ। ਇਸੇ ਮੁਹੱਲੇ 'ਚ ਕੁਝ ਘਰ ਛੱਡ ਕੇ ਇੱਕ ਵੱਡਾ ਬੱਚਾ ਰਹਿੰਦਾ ਸੀ ਜਿਹੜਾ ਇਸ ਛੋਟੇ ਬੱਚੇ ਦੀ ਟਰਾਈਸਾਈਕਲ ਖੋਹ ਲੈਂਦਾ ਸੀ ਤੇ ਆਪ ਚਲਾਉਣ ਲੱਗਦਾ ਸੀ। ਤੇ ਸੁਭਾਵਿਕ ਤੌਰ ਤੇ ਇਸ ਤੋਂ ਬਾਅਦ ਛੋਟਾ ਬੱਚਾ ਦੌੜ ਕੇ ਆਪਦੀ ਮਾਂ ਨੂੰ ਸ਼ਿਕਾਇਤ ਕਰਦਾ ਸੀ ਤੇ ਮਾਂ ਆ ਕੇ ਉਸ ਵੱਡੇ ਬੱਚੇ ਨੂੰ ਸਾਈਕਲ ਤੋਂ ਲਾਹ ਕੇ ਛੋਟੇ ਬੱਚੇ ਨੂੰ ਮੁੜ ਤੋਂ ਸਾਈਕਲ ਦਿਲਵਾ ਦਿੰਦੀ ਸੀ। ਇਹ ਤਕਰੀਬਨ ਹਰ ਰੋਜ਼ ਹੁੰਦਾ ਸੀ। ਛੋਟਾ ਬੱਚਾ ਕੀ ਚਾਹੁੰਦਾ ਸੀ ਇਹ ਜਾਣਨ ਲਈ ਕਿਸੇ ਸ਼ੈਰਲੌਕ ਹੋਮਸ ਦੀ ਲੋੜ ਨਹੀਂ ਸੀ। ਉਸਦਾ ਮਾਣ, ਉਸਦਾ ਕ੍ਰੋਧ, ਮਹੱਤਵਪੂਰਨ ਦੇਖਣ ਦੀ ਉਸਦੀ ਇੱਛਾ, ਜਿਹੜੇ ਉਸ ਲਈ ਬਹੁਤ ਮਹੱਤਵਪੂਰਨ ਸਨ, ਇਹੀ ਚਾਹੁੰਦੇ ਸਨ ਕਿ ਉਹ ਉਸ ਤੋਂ ਵੱਡੇ ਗੁੰਡੇ ਤੋਂ ਬਦਲਾ ਲਵੇ, ਉਸ ਦੀ ਨੱਕ ਤੇ ਮੁੱਕਾ ਮਾਰੇ, ਉਸ ਨੂੰ ਮਿੱਟੀ ਚਟਾ ਦੇਵੇ। ਤੇ ਜਦੋਂ ਉਸਦੇ ਪਿਤਾ ਨੇ ਉਸ ਨੂੰ ਸਮਝਾਇਆ ਕਿ ਜੇਕਰ ਉਹ ਆਪਣੀ ਮਾਂ ਦੇ ਕਹੇ ਅਨੁਸਾਰ ਚੰਗੀ ਤਰ੍ਹਾਂ ਖਾਏਗਾ ਤਾਂ ਇੱਕ ਦਿਨ ਉਹ ਉਸ ਗੁੰਡੇ ਨੂੰ ਮਾਰ ਸਕੇਗਾ। ਇੱਕ ਵਾਰੀ ਬੱਚੇ ਨੂੰ ਇਹ ਸਮਝ ਵਿੱਚ ਆ ਗਿਆ ਕਿ ਚੰਗੀ ਤਰ੍ਹਾਂ ਖਾਣ ਨਾਲ ਉਹ ਉਸ ਗੁੰਡੇ ਦੀ ਕਟਾਈ ਕਰ ਸਕੇਗਾ। ਜਦੋਂ ਉਸਦੇ ਪਿਤਾ ਨੇ ਉਸ ਨਾਲ ਇਹ ਵਾਅਦਾ ਕੀਤਾ ਕਿ ਇਸ ਤਰ੍ਹਾਂ ਸੱਚਮੁੱਚ ਹੋਵੇਗਾ ਤਾਂ ਫਿਰ ਬੱਚੇ ਨੇ ਆਪਦੀ ਮਾਂ ਦੇ ਦੱਸੇ ਮੁਤਾਬਕ ਖਾਣਾ ਸ਼ੁਰੂ ਕਰ ਦਿੱਤਾ। ਉਹ ਬੱਚਾ ਪਾਲਕ, ਹਰੀਆਂ ਸਬਜ਼ੀਆਂ, ਫਲ ਸਾਰਾ ਕੁਝ ਖਾਣ ਲੱਗਿਆ, ਸਿਰਫ ਇਸ ਲਈ ਕਿ ਉਸ ਵੱਡੇ ਗੁੰਡੇ ਦੀ ਕਟਾਈ ਕਰ ਸਕੇ ਜਿਹੜਾ ਅਕਸਰ ਉਸਦਾ ਅਪਮਾਨ ਕਰਿਆ ਕਰਦਾ ਸੀ। ਇਸ ਸਮੱਸਿਆ ਤੋਂ ਬਾਅਦ ਮਾਂ-ਪਿਓ ਨੇ ਦੂਜੀ ਸਮੱਸਿਆ ਉੱਤੇ ਧਿਆਨ ਦਿੱਤਾ। ਬੱਚੇ ਦੀ ਆਦਤ ਸੀ ਉਹ ਰਾਤ ਨੂੰ ਆਪਣਾ ਬਿਸਤਰਾ ਗਿੱਲਾ ਕਰ ਦਿੰਦਾ ਸੀ। ਉਹ ਆਪਣੀ ਦਾਦੀ ਨਾਲ ਸੌਂਦਾ ਸੀ। ਸਵੇਰੇ ਦਾਦੀ ਉੱਠਦੀ ਸੀ, ਬਿਸਤਰਾ ਛੂੰਹਦੀ ਤੇ ਕਹਿੰਦੀ, ਦੇਖ ਜਾਨੀ, ਅੱਜ ਰਾਤ ਨੂੰ ਬਿਸਤਰੇ ਵਿੱਚ ਫਿਰ ਤੋਂ ਸੁਸੂ ਕਰਤਾ। ਬੱਚਾ ਜਵਾਬ ਦਿੰਦਾ ਸੀ, ਨਹੀਂ ਦਾਦੀ, ਮੈਂ ਨਹੀਂ ਕੀਤਾ, ਤੁਸੀਂ ਕੀਤਾ ਹੋਣਾ। ਝਿੜਕਣ ਨਾਲ, ਚੀਕਣ ਨਾਲ, ਉਸਨੂੰ ਸ਼ਰਮਿੰਦਾ ਕਰਨ ਨਾਲ, ਵਾਰ-ਵਾਰ ਇਹ ਦੱਸਣ ਨਾਲ ਕਿ ਉਸਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਮਾਤਾ-ਪਿਤਾ ਨੂੰ ਇਹ ਪਸੰਦ ਨਹੀਂ। ਕਿਸੇ ਵੀ ਉਪਾਅ ਨਾਲ ਸਮੱਸਿਆ ਨਹੀਂ ਸੁਲਝ ਸਕਦੀ। ਮਾਂ-ਪਿਓ ਨੇ ਆਪਣੇ ਆਪ ਨੂੰ ਪੁੱਛਿਆ, ਅਸੀਂ ਬੱਚੇ ਦੇ ਮਨ ਵਿੱਚ ਇਹ ਇੱਛਾ ਪੈਦਾ ਕਿਵੇਂ ਕਰੀਏ ਕਿ ਉਹ ਬਿਸਤਰਾ ਗਿੱਲਾ ਨਾ ਕਰੇ? ਉਹ ਬੱਚਾ ਕੀ ਚਾਹੁੰਦਾ ਸੀ? ਪਹਿਲੀ ਗੱਲ ਤਾਂ ਇਹ ਕਿ ਉਹ ਦਾਦੀ ਵਾਂਗ ਨਾਈਟ ਗਾਊਨ ਨਹੀਂ ਸੀ ਪਹਿਨਣਾ ਚਾਹੁੰਦਾ, ਬਲਕਿ ਆਪਣੇ ਡੈਡੀ ਵਾਂਗ ਪਜਾਮਾ ਪਹਿਨਣਾ ਚਾਹੁੰਦਾ ਸੀ। ਦਾਦੀ ਉਸਦੀ ਰਾਤ ਦੀਆਂ ਹਰਕਤਾਂ ਨਾਲ ਪਰੇਸ਼ਾਨ ਹੋ ਚੱਲੀ ਸੀ। ਇਸ ਲਈ ਉਹਨਾਂ ਨੇ ਖੁਸ਼ੀ-ਖੁਸ਼ੀ ਇਹ ਪ੍ਰਸਤਾਵ ਰੱਖਿਆ ਕਿ ਜੇਕਰ ਉਹ ਬਿਸਤਰਾ ਗਿੱਲਾ ਕਰਨ ਦੀ ਆਦਤ ਛੱਡੇਗਾ ਤਾਂ ਉਸ ਨੂੰ ਪਜਾਮਾ ਦਿਲਾ ਦੇਣਗੇ। ਦੂਜੀ ਗੱਲ ਇਹ ਕਿ ਬੱਚਾ ਆਪਣਾ ਵੱਖਰਾ ਬਿਸਤਰਾ ਚਾਹੁੰਦਾ ਸੀ। ਦਾਦੀ ਨੇ ਉਸਦੀ ਇਹ ਗੱਲ ਵੀ ਮੰਨ ਲਈ। ਉਸਦੀ ਮਾਂ ਉਸ ਨੂੰ ਬਰੁਕਲਿਨ ਦੇ ਇੱਕ ਡਿਪਾਰਟਮੈਂਟ ਸਟੋਰ ਅੰਦਰ ਲੈ ਗਈ ਤੇ ਸੇਲਜ਼ਗਰਲ ਨੂੰ ਅੱਖ ਦਾ ਇਸ਼ਾਰਾ ਕਰਦਿਆਂ ਕਿਹਾ, ਇਹ ਛੋਟੇ ਜਨਾਬ ਕੁਝ ਸ਼ਾਪਿੰਗ ਕਰਨਾ ਚਾਹੁੰਦੇ ਨੇ। ਸੇਲਜ਼ਗਰਲ ਨੇ ਉਸ ਨੂੰ ਮਹੱਤਵ ਦਿੰਦੇ ਹੋਏ ਕਿਹਾ, ਯੰਗ ਮੈਨ, ਮੈਂ ਤੁਹਾਨੂੰ ਕੀ ਦਿਖਾਵਾਂ? ਉਹ ਪੂਰੀ ਉਚਾਈ ਤੱਕ ਤੰਨ ਕੇ ਖੜਾ ਹੋ ਗਿਆ ਤੇ ਉਸਨੇ ਕਿਹਾ, ਮੈਂ ਆਪਦੇ ਲਈ ਇੱਕ ਬਿਸਤਰਾ ਖਰੀਦਣਾ ਚਾਹੁੰਦਾ ਹਾਂ। ਜਦੋਂ ਉਸ ਨੂੰ ਬਿਸਤਰਾ ਦਿਖਾਇਆ ਗਿਆ ਜਿਹੜੀ ਉਸਦੀ ਮਾਂ ਉਸ ਲਈ ਖਰੀਦਣਾ ਚਾਹੁੰਦੀ ਸੀ ਤਾਂ ਮਾਂ ਨੇ ਸੇਲਜ਼ਗਰਲ ਨੂੰ ਅੱਖ ਦਾ ਇਸ਼ਾਰਾ ਕਰ ਦਿੱਤਾ ਤੇ ਸੇਲਜ਼ਗਰਲ ਨੇ ਛੋਟੇ ਬੱਚੇ ਨੂੰ ਉਸ ਬਿਸਤਰੇ ਨੂੰ ਖਰੀਦਣ ਲਈ ਰਾਜੀ ਕਰ ਲਿਆ। ਅਗਲੇ ਦਿਨ ਬਿਸਤਰਾ ਘਰ ਪਹੁੰਚ ਗਿਆ ਤੇ ਉਸ ਰਾਤ ਜਦੋਂ ਉਸਦੇ ਪਾਪਾ ਘਰ ਵਾਪਸ ਆਏ ਤਾਂ ਬੱਚਾ ਦਰਵਾਜ਼ੇ ਤੱਕ ਦੌੜਦਾ ਹੋਇਆ ਗਿਆ ਤੇ ਚੀਕਦੇ ਹੋਏ ਉਹਨਾਂ ਨੇ ਦੱਸਿਆ, ਡੈਡੀ ਡੈਡੀ ਉੱਪਰ ਆਓ, ਮੇਰਾ ਬਿਸਤਰਾ ਦੇਖੋ, ਮੈਂ ਇਸ ਨੂੰ ਖਰੀਦਿਆ ਹੈ। ਪਿਤਾ ਨੇ ਬਿਸਤਰੇ ਨੂੰ ਦੇਖਿਆ ਤੇ ਚਾਰਲਸ ਸ਼ਵਾਬ ਦੀ ਸਲਾਹ ਦੀ ਪਾਲਣਾ ਕਰਦੇ ਉਸਨੇ ਦਿਲ ਖੋਲ੍ਹ ਕੇ ਤਾਰੀਫ ਕੀਤੀ ਤੇ ਖੁੱਲ੍ਹੇ ਮਨ ਨਾਲ ਉਸਦੀ ਸ਼ਲਾਘਾ ਕੀਤੀ। ਇਸ ਤੋਂ ਬਾਅਦ ਪਿਤਾ ਜੀ ਨੇ ਪੁੱਛਿਆ, ਤੂੰ ਇਸ ਬਿਸਤਰੇ ਨੂੰ ਤਾਂ ਗਿੱਲਾ ਨਹੀਂ ਕਰੇਗਾ? ਬੱਚੇ ਨੇ ਕਿਹਾ, ਅਰੇ ਨਹੀਂ, ਬਿਲਕੁਲ ਨਹੀਂ, ਇਸ ਬਿਸਤਰੇ ਨੂੰ ਗਿੱਲਾ ਕਰਨ ਦਾ ਤਾਂ ਸਵਾਲ ਹੀ ਨਹੀਂ ਆਉਂਦਾ। ਬੱਚੇ ਨੇ ਆਪਦਾ ਵਾਅਦਾ ਨਿਭਾਇਆ ਤੇ ਆਖਰ ਇਸ ਨਾਲ ਉਸਦੀ ਇੱਛਾ, ਉਸਦਾ ਮਾਣ ਜੁੜਿਆ ਹੋਇਆ ਸੀ। ਉਸਨੇ ਆਪਣੇ ਲਈ ਖੁਦ ਦੀ ਮਰਜ਼ੀ ਨਾਲ ਨਵਾਂ ਬਿਸਤਰਾ ਖਰੀਦਿਆ ਸੀ
ਤੇ ਉਸ ਉੱਤੇ ਉਹ ਆਪਣਾ ਨਵਾਂ ਪਜਾਮਾ ਪਾ ਕੇ ਸੋਇਆ ਸੀ। ਉਹ ਇੱਕ ਵੱਡੇ ਆਦਮੀ ਵਾਂਗ ਵਿਵਹਾਰ ਕਰਨਾ ਚਾਹੁੰਦਾ ਸੀ ਤੇ ਉਸਨੇ ਇਸ ਤਰ੍ਹਾਂ ਹੀ ਕੀਤਾ। ਇੱਕ ਹੋਰ ਪਿਤਾ ਕੇਟੀ ਡੱਚਮੈਨ ਇੱਕ ਟੈਲੀਫੋਨ ਇੰਜੀਨੀਅਰ ਸਨ। ਸਾਡੇ ਕੋਰਸ ਦੇ ਵਿਦਿਆਰਥੀ ਵੀ ਆਪਣੇ 3 ਸਾਲ ਦੀ ਧੀ ਨੂੰ ਨਾਸ਼ਤਾ ਕਰਨ ਲਈ ਤਿਆਰ ਨਹੀਂ ਸੀ ਕਰ ਪਾਉਂਦੇ। ਬੱਚੀ ਨੂੰ ਝਿੜਕਣ, ਡਾਂਟਣ, ਬਹਿਲਾਉਣ, ਫਸਲਾਉਣ ਦਾ ਕੋਈ ਅਸਰ ਨਹੀਂ ਸੀ ਹੁੰਦਾ। ਮਾਤਾ ਪਿਤਾ ਨੇ ਆਪਣੇ ਆਪ ਨੂੰ ਪੁੱਛਿਆ, ਅਸੀਂ ਕਿਸ ਤਰ੍ਹਾਂ ਇਸ ਵਿੱਚ ਖਾਣ ਦੀ ਇੱਛਾ ਪੈਦਾ ਕਰ ਸਕਦੇ ਹਾਂ। ਛੋਟੀ ਬੱਚੀ ਨੂੰ ਆਪਣੀ ਮਾਂ ਦੀ ਨਕਲ ਕਰਨ ਵਿੱਚ ਬੜਾ ਮਜ਼ਾ ਆਉਂਦਾ ਸੀ। ਉਹ ਚਾਹੁੰਦੀ ਸੀ ਕਿ ਉਹ ਛੇਤੀ ਨਾਲ ਵੱਡੀ ਹੋ ਜਾਵੇ। ਇਸ ਲਈ ਇੱਕ ਸਵੇਰ ਉਹਨਾਂ ਨੇ ਬੱਚੀ ਨੂੰ ਕੁਰਸੀ ਉੱਪਰ ਬਿਠਾ ਦਿੱਤਾ ਤੇ ਉਸਨੂੰ ਆਪਣਾ ਨਾਸ਼ਤਾ ਬਣਾਉਣ ਦਿੱਤਾ। ਜਦੋਂ ਛੋਟੀ ਬੱਚੀ ਕੜਾਹੀ ਅੰਦਰ ਆਪਣਾ ਨਾਸ਼ਤਾ ਹਿਲਾ ਰਹੀ ਸੀ ਤਾਂ ਯੋਜਨਾ ਮੁਤਾਬਕ ਇਸੇ ਮਨੋਵਿਗਿਆਨਕ ਪਲ ਅੰਦਰ ਪਿਤਾ ਕਿਚਨ ਵਿੱਚ ਆਏ ਤੇ ਬੱਚੀ ਨੇ ਉਤਸ਼ਾਹ ਨਾਲ ਕਿਹਾ, ਦੇਖੋ ਡੈਡੀ, ਅੱਜ ਮੈਂ ਆਪਣੇ ਲਈ ਨਾਸ਼ਤਾ ਬਣਾ ਰਹੀ ਹਾਂ। ਉਸ ਦਿਨ ਉਸਨੇ ਬਿਨਾਂ ਕਿਸੇ ਦੇ ਕਹੇ 2 ਵਾਰੀ ਨਾਸ਼ਤਾ ਕੀਤਾ, ਕਿਉਂਕਿ ਉਸ ਨਾਸ਼ਤੇ ਵਿੱਚ ਉਸ ਦੀ ਰੁਚੀ ਸੀ। ਉਸੇ ਵਿਸ਼ੇਸ਼ ਹੋਣ ਦਾ ਅਹਿਸਾਸ ਸੀ। ਉਸਨੇ ਨਾਸ਼ਤਾ ਬਣਾਉਣ ਵਿੱਚ ਆਤਮ ਅਭਿਵਿਅਕਤੀ ਦਾ ਨਵਾਂ ਰਾਹ ਲੱਭਿਆ ਸੀ। ਵਿਲੀਅਮ ਵਿੰਟਰ ਨੇ ਇੱਕ ਵਾਰੀ ਕਿਹਾ ਸੀ ਕਿ ਸੈਲਫ ਕੌਨਫੀਡੈਂਸ ਇਨਸਾਨੀ ਸੁਭਾਅ ਦੀ ਸਭ ਤੋਂ ਵੱਡੀ ਲੋੜ ਹੁੰਦੀ ਹੈ ਤੇ ਅਸੀਂ ਇਸੇ ਮਨੋਵਿਗਿਆਨੀ ਸੂਤਰ ਨੂੰ ਆਪਣੇ ਬਿਜ਼ਨਸ ਵਿੱਚ ਕਿਉਂ ਨਹੀਂ ਉਤਾਰ ਪਾਉਂਦੇ। ਜਦੋਂ ਵੀ ਸਾਡੇ ਦਿਮਾਗ ਅੰਦਰ ਕੋਈ ਵਧੀਆ ਵਿਚਾਰ ਆਏ ਤਾਂ ਅਸੀਂ ਉਸ ਨੂੰ ਆਪਣੇ ਵਿਚਾਰ ਦੇ ਤੌਰ ਤੇ ਦੂਜਿਆਂ ਸਾਹਮਣੇ ਪੇਸ਼ ਕਿਉਂ ਕਰੀਏ। ਇਸ ਦੀ ਬਜਾਏ ਅਸੀਂ ਇਹੋ ਜਿਹੀ ਤਰਕੀਬ ਕਿਉਂ ਨਾ ਕਰੀਏ ਕਿ ਇਹ ਵਿਚਾਰ ਉਹਨਾਂ ਦੇ ਦਿਮਾਗ ਅੰਦਰ ਆਪੇ ਆ ਜਾਏ ਤੇ ਉਹਨਾਂ ਨੂੰ ਇਹ ਵਿਚਾਰ ਆਪਣਾ ਲੱਗੇਗਾ ਤੇ ਉਹ ਇਸ ਨੂੰ ਪਸੰਦ ਕਰਨਗੇ ਤੇ ਸ਼ਾਇਦ ਉਹ ਇਸ ਦੇ ਬਿਨਾਂ ਕਿਸੇ ਦੇ ਕਹੇ ਆਪਣੀ ਇੱਛਾ ਨਾਲ ਹੀ ਮੰਨ ਲੈਣਗੇ। ਯਾਦ ਰੱਖੋ, ਪਹਿਲਾਂ ਤਾਂ ਸਾਹਮਣੇ ਵਾਲੇ ਵਿਅਕਤੀ ਅੰਦਰ ਕੰਮ ਕਰਨ ਦੀ ਪ੍ਰਬਲ ਇੱਛਾ ਜਗਾਓ। ਜੋ ਇਹ ਕਰ ਸਕਦਾ ਉਸ ਦੇ ਨਾਲ ਸਾਰੀ ਦੁਨੀਆ ਹੈ। ਜੋ ਇਹ ਨਹੀਂ ਕਰ ਸਕਦਾ ਉਹ ਦੁਖੀ ਹੀ ਰਹੇਗਾ। ਸਿਧਾਂਤ ਤੀਜਾ, ਸਾਹਮਣੇ ਵਾਲੇ ਵਿਅਕਤੀ ਅੰਦਰ ਪ੍ਰਬਲ ਇੱਛਾ ਜਗਾਓ।